ਤੁਸੀਂ ਵੀ ਉਸ ਲੈਣ ਤੇ ਚੜ ਪਏ ਹੋ। ਜ਼ਫਰ ਭਾਈ ਨੇ ਸਾਨੂੰ ਲੈਣ ਦੇ ਦਿੱਤੀ ਨਾ ਹੁਣ। ਜ਼ਫਰ ਨੂੰ ਮੈਂ ਕਿਸੇ ਦਿਨ ਅੱਛਾ, ਅੱਜ ਮੈਂ ਬੜਾ ਖੁਸ਼ ਹਾਂ। ਅੱਲਾ ਹਮੇਸ਼ਾ ਖੁਸ਼ ਰਿਹਾ ਕਰੋ, ਅੱਲਾ ਤੁਹਾਨੂੰ ਖੁਸ਼ ਰੱਖੇ। ਜਜ਼ਾਕੱਲਾ। ਵੇਖੋ ਜੀ, ਅਸੀਂ ਆਪਣੇ ਵੱਲੋਂ ਤੇ ਧੂੰ ਕੱਢ ਛੱਡਿਆ ਅੱਜ ਬਕਾਇਦਾ ਕੁੱਟਿਆ ਜੀ ਉਹ ਤੁਹਾਡਾ ਜਿਹੜਾ ਮੀਆਂ ਜਵੇਦ ਲਤੀਫ ਸੀ ਨਾ ਜੀ, ਹਾਂਜੀ ਉਹ ਪਰਸੋਂ ਚੌਥ ਦਾ ਉਹਨੂੰ ਜਿਹੜਾ ਕਾਮਰਾਨ ਸ਼ਾਹਦ ਆਪਣੇ ਪ੍ਰੋਗਰਾਮ 'ਚ ਬੁਲਾਉਂਦਾ ਸੀ ਤੇ ਉਹਨੂੰ ਕਹਿੰਦਾ ਹੈ ਨੂਨ ਲੀਗ ਤਾਂ ਜਿੱਤ ਰਹੀ ਹੈ, ਨੂਨ ਲੀਗ ਤਾਂ ਸਰਵੇ ਆ ਰਹੇ, ਨੂਨ ਲੀਗ ਜਿੱਤ ਰਹੀ ਹੈ। ਤੇ ਉਹ ਅੱਜ ਸ਼ਹਿਰ 'ਚ ਆ ਗਿਆ ਮੈਂ ਮਤਲਬ ਵੇਖੀ ਵੋਟ ਮੰਗਣ। ਲੇਕਿਨ ਜੀ ਤੁਸੀਂ ਜਾਰੀ ਰੱਖੋ, ਮੈਂ ਵੇਖੀ ਵੀਡੀਓ ਲੇਕਿਨ ਤੁਸੀਂ ਜਾਰੀ ਰੱਖੋ। ਜੀ 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 ਬਿਸਮਿਲ੍ਲਾ ਜੀ। ਹਾਂ, ਤੇ ਉਹ ਵੋਟ ਮੰਗਣ ਆਇਆ ਤੇ ਫਿਰ ਉਹਨੂੰ ਜਰਾ ਫੈਂਟਾ ਲਾਇਆ, ਫਿਰ ਆਮ ਨੇ ਚੰਗਾ ਨਾਲੇ ਤੇ ਸ਼ੇਖ, ਤੈਨੂੰ ਪਤਾ ਸ਼ੇਖਪੁਰੀ ਗਾਲਾਂ ਬਹੁਤ ਕੱਢਦੇ ਨੇ, ਨਾਲੇ ਗਾਲਾਂ ਕੱਢੀਆਂ ਨਾਲੇ ਉਹਨੂੰ ਫੈਂਟਾ ਲਾਇਆ ਤੇ ਉਹ ਬੜਾ ਮੋਟਰਸਾਈਕਲ ਤੇ ਤੁਸੀਂ ਵੇਖਿਆ ਹੋਣਾ ਬੜਾ ਔਖਾ ਨਸਿਆ ਫਿਰ ਉਹ। ਬਿਲਕੁਲ ਜਿਹੜਾ ਨਾ ਉਹ ਜਿਹੜਾ ਤਾਰਕ ਰੋਡ ਤੇ ਉਹਦੇ ਨਾਲ ਵਾਕਿਆ ਹੋਇਆ ਤੇ ਜ਼ਬਰਦਸਤ ਜਿਹੜਾ ਨਾ ਉਹ ਦਿਲ ਨੂੰ ਬੜੀ। ਮੈਂ ਇਹ ਚੀਜ਼ ਚਾਹੀਦੀ ਸੀ ਕਿ ਉਹ ਇਹ ਕਿਉਂਕਿ ਇੱਕ ਪੁਰਾਣੀ ਸੀ ਨਾ, ਯਾਦ ਹੈ ਤੁਹਾਨੂੰ? ਨਹੀਂ, ਅੱਜ ਦਾ ਵਾਕਿਆ ਜੀ, ਅੱਜ ਦਾ ਵਾਕਿਆ। ਉਹ ਜਿਹੜੀ ਪੁਰਾਣੀ ਸੀ ਉਹ ਤੇ ਛੋਟਾ ਜਿਹਾ, ਉਹ ਇੰਨੀ ਨਹੀਂ ਸੀ ਹੋਈ। ਜਿਹੜੀ ਪੁਰਾਣੀ ਹੋਇਆ ਸੀ ਨਾ ਉਹ ਤੇ ਆਮ ਗਾਲਾਂ ਗੁਲਾਂ ਕੱਢਿਆ। ਅੱਜ ਤਾਂ ਬਕਾਇਦਾ ਫਾਇਰਿੰਗ ਹੋਈ ਉੱਥੇ, ਇਹਦੇ ਬਾਡੀਗਾਰਡ ਨਾਲ ਫਾਇਰਿੰਗ ਕੀਤੀ ਜਾਨ ਛਡਾਉਣ ਵਾਸਤੇ ਲੋਕਾਂ ਤੋਂ। ਅੱਛਾ, ਇਹ ਥੱਲੇ ਲਿਖ ਰਹੇ ਨੇ ਕਿ ਇਹ ਸੱਚਾ ਵਾਕਿਆ, ਇਹਨਾਂ ਨੂੰ ਚੁੱਕ ਲਵਾਂ? ਹਾਂ, ਚੁੱਕ ਲਓ ਜੀ, ਇਹ ਬਿਲਕੁਲ ਸੱਚਾ ਵਾਕਿਆ ਜੀ। ਇਹ ਕਿਹੜਾ ਉੱਥੇ ਜੀ ਵਾਕਿਆ ਸ਼ੇਖਪੁਰੇ ਜਿਹੜੇ ਵਾਕਿਆ ਹੁੰਦੇ ਨੇ ਇਹ ਸੱਚੇ ਹੀ ਹੁੰਦੇ ਨੇ, ਉਹ ਝੂਠੇ ਵਾਕਿਆ ਸ਼ੇਖਪੁਰੀ ਨਹੀਂ ਕਰਨੇ। अस्सलाम वालेकुम वरहमतुल्लाहि वबरकातुह। वालेकुम अस्सलाम। लालियो की हाल है, ठीक हो? अल्हम्दुलिल्लाह सुमा अल्हम्दुलिल्लाह, दुआवां साढ़े ਤੁਹਾਡੀਆਂ। मैं जी मुनीर हुसैन आतिफ फ्रॉम वेब्रिज यूके। सर वेलकम। थैंक यू वेरी मच, जज़ाकल्लाह, थैंक यू। ਉਹ ਤੁਸੀਂ ਜ਼ਿਕਰ ਕਰ ਰਹੇ ਸੋ ਨਾ ਜਾਵੇਦ ਲਤੀਫ ਦਾ? ਜੀ ਆ। ਮੈਂ ਅਸਲ ਵਿੱਚ ਉਹ ਨਹੀਂ ਕੋਈ ਸੁਣੀ ਨਹੀਂ ਤਾਜ਼ਾ ਤਰੀਨ ਖਬਰ, ਤਾਂ ਤੁਸੀਂ ਸੁਣਾ ਰਹੇ ਸੋ ਤਾਂ ਮੈਂ ਪੁੱਛਿਆ ਕਿ ਕਨਫਰਮ ਹੈ? ਜੀ ਕਨਫਰਮ ਹੈ ਗਿਆ। ਇਹਨੂੰ ਨਾ ਲੱਥੇ ਪਏ ਨੇ ਤੇ ਇਹ ਗਿਆ ਸੀ ਮੰਗਣ ਤੇ ਇਹਨੇ ਫਿਰ ਉਹ ਨਵਾਮ ਨੇ ਇਹਨੂੰ ਗਾਲਾਂ ਕੱਢੀਆਂ ਨਾ ਤੇ ਇਹ ਸਗੋਂ ਉਹਨਾਂ ਨੂੰ ਗਾਲਾਂ ਕੱਢੀਆਂ। ਉਹ ਕਮੀਨਿਆ। ਹਾਂ, ਤੇ ਉਹ ਫਿਰ ਤੁਹਾਨੂੰ ਪਤਾ ਸ਼ੇਖਪੁਰੀ ਦੇ ਅੱਗੇ ਤੱਤੇ ਹੁੰਦੇ ਨੇ ਉੱਥੇ। ਉਹ ਫਿਰ ਇਹ ਹੈ ਵੀ ਕੁੜੀ ਹੈ ਵੈਦਾ, ਇਹ ਤਾਂ ਦਿਖਾ ਦੀ ਕੋਈ ਨਹੀਂ, ਇਹ ਤਾਂ ਕਮੀਨ ਸੀ। ਇਹ ਹੁਣ ਪਾਊਡਰ ਵੇਚ ਕੇ ਤੇ ਇਹਦਾ ਸਾਰਾ ਬੈਕਗਰਾਊਂਡ ਸਾਰਾ ਪਾਊਡਰ ਹੀ। ਚੰਦੂ ਦਾ ਪਿੰਡ ਹੈਗਾ ਉੱਥੇ, ਇਹਦਾ ਭਰਾ ਜਿਹੜਾ ਛੋਟਾ ਹੈ ਉਹ ਪਾਊਡਰ ਵੇਚਦਾ ਹੈ। ਪੁਰਾਣੇ ਸਲਾਮ ਕੋਲ ਸਾਰਾ ਪਾਊਡਰ ਆਉਂਦਾ ਇਹਨਾਂ ਦਾ। ਵੈਸੇ ਵੀ ਸ਼ਕਲੋਂ ਵੀ ਤੇ ਗੱਲਬਾਤ ਕੋਈ ਬੇਹੂਦਾ ਜਿਹਾ ਬੰਦਾ ਏਦਾਂ ਕੋਈ, ਯਾਨੀ ਕਿ ਕੋਈ ਕਲਾਸ ਨਹੀਂ ਹੈ ਵੈਸੇ। ਖਾਨਦਾਨੀ ਨਹੀਂ ਨਾ ਹੈ, ਖਾਨਦਾਨੀ ਨਹੀਂ ਤਾਂ ਬਸ ਤੁੱਕਾ ਲੱਗਾ ਹੈ, ਬਸ ਪਾਊਡਰ ਵੇਚ ਕੇ ਢਾਣਾ ਸਨਾਉਲਾ ਨੂੰ ਸਿਆਸਤ 'ਚ ਲੈ ਕੇ ਆਇਆ। ਅਸਲ ਭਾਜੀ ਸਾਡੇ ਕਸੂਰ ਇਹ ਨੇ ਕਿ ਅਸੀਂ ਕੋਈ ਬੰਦਾ ਚੰਗਾ ਜਾਂ ਚੁੱਕਦੇ ਨਹੀਂ, ਜਿਹੜਾ ਕੁਆਲੀਫਾਈਡ ਹੋਵੇ, ਪੜ੍ਹੇ ਲਿਖਿਆ ਹੋਵੇ, ਥੋੜਾ ਜਿਹਾ ਉਹਦਾ ਕਰੈਕਟਰ ਅੱਛਾ ਹੋਵੇ ਤੇ ਅਸੀਂ ਉਹਨੂੰ ਜਾ ਕੇ ਚੁੱਕਦੇ ਨਹੀਂ। ਜਿਹੜੇ ਕੁਆਲੀਫਿਕੇਸ਼ਨ ਸ਼ੇਖਪੁਰਾ ਸਰ ਸਾਡਾ ਜਿਹੜਾ ਏਰੀਆ ਸੀ ਨਾ, ਜੀ ਅੱਜ 90 ਤੋਂ ਲੈ ਕੇ ਹੁਣ ਤੱਕ ਜਿਹਨੂੰ ਵੀ ਨੂਨ ਲੀਗ ਦਾ ਟਿਕਟ ਮਿਲਦਾ ਹੈ ਨਾ ਉਹ ਜਿੱਤ ਜਾਂਦਾ ਹੈ। ਉਹਨੂੰ ਅੱਜ ਤੱਕ ਉਹ ਦਿੰਦਾ ਜਿਹੜਾ ਮਤਲਬ ਐਵੇਂ ਨਹੀਂ ਥੋੜੇ ਮੋਟੇ ਤੋਂ 80 90 ਹਜ਼ਾਰ ਦੀ ਲੀਡ ਤੋਂ ਜਿੱਤਦੇ ਰਹਿੰਦੇ ਵਾਂ। ਇਹ ਤੇ ਹੁਣ ਪਿਛਲੇ ਇਲੈਕਸ਼ਨ ਜਿਹੜੇ 2 ਹੋਏ ਨੇ ਉਦੋਂ ਹਾਰਨਾ ਸ਼ੁਰੂ ਹੋਏ ਨੇ। ਇਹੀ ਤਾਂ ਪ੍ਰੋਬਲਮ ਹੈ ਨਾ ਕਿ ਅਸੀਂ ਜਿਤਨੇ ਉਹ ਬਦਮਾਸ਼ ਕਿਸਮ ਦੇ ਲੋਕ ਨੂੰ ਲੈ ਆਉਂਦੇ ਉਹਨਾਂ ਨੂੰ ਅੱਗੇ ਤਾਂ ਫਿਰ ਆਪੂ ਲੱਗ ਜਾਂਦੇ ਆ ਥੱਲੇ। ਤੇ ਫਿਰ ਉਹ ਜਾ ਕੇ ਨਾ ਅਸੈਂਬਲੀ 'ਚ ਸਾਡੇ ਹਕੂਕ ਦੀ ਗੱਲ ਨਹੀਂ ਕਰਦੇ, ਫਿਰ ਉਹ ਜਾ ਕੇ ਉੱਥੇ ਤੇ ਸਾਡੇ ਹਕੂਕ ਲੁੱਟਦੇ ਨੇ। ਨਹੀਂ, ਇਹ ਅਸਲ 'ਚ ਨਾ ਬਿਲਕੁਲ ਤੁਹਾਡੀ ਗੱਲਾਂ ਠੀਕ ਨੇ, ਲੇਕਿਨ ਸਾਡੇ ਜਿਹੜਾ ਨਾ ਖਾਸ ਤੌਰ ਪੰਜਾਬ ਵਿੱਚ ਜਿਹੜਾ ਨਾ ਇਹ ਵੋਟ ਦਿੱਤਾ ਜਾਂਦਾ ਸੀਗਾ ਕਿ ਜਿਹੜਾ ਨਾ ਨਵਾਜ਼ ਸ਼ਰੀਫ ਇੱਕ ਵਾਰੀ ਆ ਜਾਂਦਾ ਸੀ ਤੇ ਉਸ ਤੋਂ ਬਾਅਦ ਜਿਹੜਾ ਨਾ ਕਿਉਂਕਿ ਸਦਾ ਲੋਕ ਨੇ ਨਾ ਤੇ ਇਮਰਾਨ ਖਾਨ ਤੋਂ ਪਹਿਲਾਂ ਜਿਹੜਾ ਨਾ ਕਿਉਂਕਿ ਇਹ ਬੇਸਿਕਲੀ ਜਿਹੜੇ ਲੋਕ ਨੇ ਨਾ ਇਹ ਅਸੀਂ ਜਿਹੜੇ ਨੇ ਸਾਡੇ ਇਲਾਕੇ ਪੀਪਲ ਪਾਰਟੀ ਨਾਲ ਬਹੁਤ ਨਫ਼ਰਤ ਕਰਦੇ ਨੇ। ਕਿਉਂਕਿ ਪੀਪਲ ਪਾਰਟੀ ਜਦੋਂ ਆਉਂਦੀ ਫਿਰ ਮਹਿੰਗਾਈ ਹੁੰਦੀ ਤੇ ਕਿਉਂਕਿ ਕਾਰੋਬਾਰ ਹੀ ਇਲਾਕਾ ਹੈ ਨਾ
ਜੀ ਤੇ ਜੀ ਨਵਾਜ਼ ਸ਼ਰੀਫ ਦਾ ਇਹ ਇੱਕ ਹੁੰਦਾ ਸੀ ਭਰਮ ਕਿ ਇਹ ਜਿਹੜਾ ਨਾ ਕਾਰੋਬਾਰ ਵਾਲੇ ਲੋਕਾਂ ਵਾਸਤੇ ਨਾ ਠੀਕ ਹੁੰਦਾ ਸੀ, ਕਿਉਂਕਿ ਤੁਹਾਨੂੰ ਪਤਾ ਭੁੱਟੋ ਤੋਂ ਬਾਅਦ ਨਾ ਜਦੋਂ ਉਹਨੇ ਚੀਜ਼ਾਂ ਨੈਸ਼ਨਲਾਈਜ਼ ਕੀਤੀਆਂ ਸਨ ਨਾ, ਹਾਂਜੀ ਤੇ ਪੀਪਲ ਪਾਰਟੀ ਦਾ ਜਿਹੜਾ ਇਮੇਜ ਸੀ ਉਹ ਬੜਾ ਡੈਮੇਜ ਹੋ ਗਿਆ ਸੀ ਕਿ ਇਹ ਜਿਹੜਾ ਨਾ ਕਾਰੋਬਾਰੀ ਲੋਕਾਂ ਦੇ ਖਿਲਾਫ ਹੈ। ਹੁਣ ਸਹੀ ਸ਼ੇਖਪੁਰਾ ਸਾਰਾ ਜਿਹੜਾ ਨਾ ਤੁਹਾਡਾ ਉਹ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਨੇ, ਤੋੜ ਫੈਸਲਾਬਾਦ ਤੀਕਰ ਨਾ ਫੈਸਲਾਬਾਦ ਰੋਡ ਤੇ ਜਿਹੜਾ ਨਾ ਸਾਰਾ ਉਹ ਫੈਕਟਰੀਆਂ ਲੱਗੀਆਂ ਹੋਈਆਂ ਨੇ ਕੱਪੜੇ ਦੀਆਂ ਦੂਸਰੀਆਂ, ਤੇ ਫੈਕਟਰੀ ਏਰੀਆ ਇਸ ਨੂੰ ਆਖਦੇ ਆ। ਤੇ ਫੈਕਟਰੀ ਏਰੀਆ ਦੇ ਵਿੱਚ ਜਿਹੜਾ ਨਾ ਫਿਰ ਉਹ ਸਾਰਾ ਵੋਟਰ ਜਿਹੜਾ ਨਾ ਉਹ ਓਬਵੀਅਸਲੀ ਸਨਅਤਕਾਰਾਂ ਦਾ ਤੇ ਇਹਨਾਂ ਦਾ ਜਿਹੜਾ ਇੱਕ ਪਰਸੈਪਸ਼ਨ ਸੀ ਨਾ ਨਵਾਜ਼ ਸ਼ਰੀਫ ਦਾ ਕਿ ਇਹ ਕਾਰੋਬਾਰੀ ਲੋਕਾਂ ਵਾਸਤੇ ਜਿਹੜਾ ਨਾ ਚੰਗਾ ਹੈ। ਸਹੀ ਤੇ ਕੁਛ ਨਾ ਕੁਛ ਕਿਉਂਕਿ ਇਹਦੀ ਜਿਹੜੀ ਹੁੰਦੀ ਸੀ ਨਾ ਇੱਕ ਪਾਲਿਸੀਜ਼ ਵੀ ਹੁੰਦੀਆਂ ਇਹ ਇੰਪੋਰਟਰ ਵਾਸਤੇ ਜਿਹੜਾ ਨਾ ਥੋੜ੍ਹੀਆਂ ਬਹੁਤ ਫੈਸਿਲਿਟੀ ਪੇਸ਼ ਕਰਦਾ ਹੁੰਦਾ ਸੀ, ਤੇ ਥੋੜਾ ਜਿਹਾ ਨਾ ਇਹ ਸਟੇਬਿਲਿਟੀ ਵੀ ਲੈ ਕੇ ਆਉਂਦਾ ਹੁੰਦਾ ਸੀ। ਸਹੀ ਲੇਕਿਨ ਉਹ ਇੱਕ ਡਿਫਰੈਂਟ ਚੀਜ਼ ਹੈ। ਤੇ ਉਤੋਂ ਜਿਹੜਾ ਨਾ ਇਨਫਰਾਸਟ੍ਰਕਚਰ ਇਹਨੇ ਸ਼ੇਖਪੁਰੇ ਦਾ ਹੁਣ ਬੜਾ ਦਿੱਤਾ ਹੋਇਆ ਇਹਨਾਂ ਦਾ, ਜਿਹੜਾ ਪੰਜਾਬ ਜਿੰਨਾ ਵੀ ਸਾਡਾ ਨਾ, ਹਾਂਜੀ ਤੇ ਉਹਦੀ ਵਜ੍ਹਾ ਤੋਂ ਜਿਹੜਾ ਲੋਕਾਂ ਦਾ ਇਹ ਸੀ ਕਿ ਸ਼ਾਇਦ ਇਹ ਚੰਗਾ। ਉਹ ਤੇ ਬਾਅਦ ਚ ਫਿਰ ਆਵਾਮ ਨੂੰ ਜਦੋਂ ਇਹਨੂੰ ਐਕਸਪੋਜ਼ ਹੋਇਆ ਤੇ ਫਿਰ ਲੋਕਾਂ ਨੂੰ ਪਤਾ ਲੱਗਾ ਕਿ ਨਹੀਂ ਯਾਰ, ਜੀ 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 ਬਿਲਕੁਲ ਚੇਂਜ ਹੋਣੀਆਂ ਚਾਹੀਦੀਆਂ ਨੇ। ਹਾਂ ਸਹੀ ਵਾਕਈ ਸਾਦਾ ਲੋ ਆਵਾਮ ਹੈ ਨਾ, ਅਸੀਂ ਲੋਕ ਸਮਝਦੇ ਨਹੀਂ ਨੇ ਇਹਨਾਂ ਚੀਜ਼ਾਂ ਨੂੰ। ਆ ਗਿਆ ਨਾ, ਤੁਹਾਨੂੰ ਸਮਝਾ ਦਿੱਤਾ ਆਵਾਮ ਨੂੰ। ਹਾਂ ਸਮਝਾ ਤਾਂ ਦਿੱਤਾ ਸੀ, ਲੇਕਿਨ ਹਲੇ ਵੀ ਆਵਾਮ ਉਸ ਤਰ੍ਹਾਂ ਦੀ ਜਿਹੜੀ ਹੈ ਨਾ ਉਹ ਚਾਰਜ ਨਹੀਂ ਹੋਈ ਨਾ। ਆਵਾਮ ਹੁਣ ਡਰ ਗਈ ਹੈ, ਥੋੜਾ ਜਿਹਾ ਜਿਹੜਾ ਰੌਲਾ ਬਣਿਆ ਨਾ ਇਸ ਕਰਕੇ ਆਵਾਮ ਡਰ ਗਈ ਹੈ। ਆਵਾਮ ਜਿਹੜੀ ਨਾ ਉਹ ਆਵਾਮ ਹਮੇਸ਼ਾ ਇਸ ਤਰ੍ਹਾਂ ਹੌਲੀ ਹੌਲੀ ਨਿਕਲਦੀ ਹੁੰਦੀ ਹੈ ਨਾ। ਹੁਣ ਆਵਾਮ ਅੰਦਰੋਂ ਤਪੀ ਪਈ ਹੈ ਨਾ, ਇਹਨਾਂ ਜਿਹੜਾ 16 ਮਹੀਨੇ ਗੰਦ ਮਾਰਿਆ ਨਾ, ਹਾਂਜੀ ਉਹਦੀ ਵਜ੍ਹਾ ਤੋਂ ਆਵਾਮ ਇਹਨਾਂ ਤੇ ਬੜੀ ਤਪੀ ਪਈ ਹੈ। ਕਿਉਂਕਿ ਇਹ ਸਾਰੀ ਜ਼ਿੰਦਗੀ ਜਿਹੜਾ ਇਹ ਕਹਿੰਦੇ ਰਹੇ ਨਾ ਕਿ ਅਸੀਂ ਤੇ ਜ਼ਰਦਾਰੀਆਂ ਦੇ ਖਿਲਾਫ ਆ, ਫਲਾਣਿਆਂ ਦੇ ਖਿਲਾਫ, ਇਹ ਖਾ ਗਏ ਇਹਨਾਂ ਦਾ ਬਿਆਨੀਆ ਇਹ ਹੁੰਦਾ ਸੀ ਕਰਪਸ਼ਨ ਤੇ ਅਸੀਂ ਤੇ ਚੰਗੇ ਆ, ਅਸੀਂ ਤੇ ਫਲਾਣੇ। ਤੁਸੀਂ ਜਿਨ੍ਹਾਂ ਦੇ ਖਿਲਾਫ ਸਾਰੀ ਜ਼ਿੰਦਗੀ ਇਲੈਕਸ਼ਨ ਲੜੀ ਉਹਨਾਂ ਦੇ ਨਾਲ ਜਾ ਕੇ ਤੁਸੀਂ ਬਹਿ ਗਏ ਹੋ, ਫਿਰ ਆਵਾਮ ਨੇ ਕੀ ਰਿਐਕਸ਼ਨ ਆਉਣਾ। ਇਹ ਆਪਣਾ ਜਿਹੜਾ ਨਾ ਆਪਣਾ ਬਚਾਉਣ ਵਾਸਤੇ ਤੇ ਆਪਣੀ ਕਰਪਸ਼ਨ ਬਚਾਉਣ ਵਾਸਤੇ ਉਹਨਾਂ ਨਾਲ ਜਿਹੜੀ ਕੀਤੀ ਇਹਨਾਂ ਨੇ ਇਤਾਦ ਇਹਨਾਂ ਨੂੰ ਲੈ ਡੁੱਬਿਆ। ਨਾਲੇ ਜੀ ਹੁਣ ਆਵਾਮ ਜਿਹੜੀ ਨਾ ਉਹ ਬੜੀ ਸਿਆਣੀ, ਤੁਸੀਂ ਨਿੱਕੇ ਜਿਹੇ ਬੱਚੇ ਨੂੰ ਜਾ ਕੇ ਪੁੱਛ ਲਓ ਨਾ ਪਾਕਿਸਤਾਨ ਵਿੱਚ ਕਿ ਫੌਜ ਦਾ ਪਾਕਿਸਤਾਨ 'ਚ ਕੀ ਕਿਰਦਾਰ ਹੈ ਸਿਆਸਤ ਵਿੱਚ, ਤੇ ਤੁਹਾਨੂੰ ਦੱਸ ਦੇਗਾ ਕਿ ਫੌਜ ਜਿਹੜੀ ਨਾ ਹਮੇਸ਼ਾ ਜਿਹੜੀ ਨਾ ਐਸਟੈਬਲਿਸ਼ਮੈਂਟ ਕੀ ਕਰਦੀ ਹੈ। ਨਿੱਕੇ ਬੱਚੇ ਤੱਕ ਜਿਹੜਾ ਨਾ ਪਹੁੰਚਿਆ ਹੈ। ਤੇ ਇਹ ਉਹ ਜਿਹੜੇ ਕਹਿੰਦੇ ਵੋਟ ਨੂੰ ਇੱਜ਼ਤ ਦਿਓ, ਮਤਲਬ ਪੰਜਾਬ ਵਿੱਚ ਵੀ ਜਿਹੜਾ ਨਾ ਪਾਕਿਸਤਾਨ ਸਾਰੇ ਐਂਟੀ ਐਸਟੈਬਲਿਸ਼ਮੈਂਟ ਵੋਟ ਬਹੁਤ ਜ਼ਿਆਦਾ। ਹਾਂਜੀ ਤੁਸੀਂ ਜਦੋਂ ਉਸ ਵੋਟ ਨੂੰ ਅਪੀਲ ਕਰਦੇ ਹੋ ਨਾ ਤੇ ਫਿਰ ਆਵਾਮ ਤੁਹਾਡੇ ਨਾਲ ਨਿਕਲਦੀ ਹੈ। ਤੇ ਇਹ ਸਾਰੀ ਜ਼ਿੰਦਗੀ ਇਹ ਕਹਿੰਦੇ ਰਹੇ ਅਸੀਂ ਤੇ ਇਹ ਕਰਦੇ ਹੁੰਦੇ ਸੀ ਐਕਟਿੰਗ। ਇੱਕ ਭਰਾ ਲੜ ਪੈਂਦਾ ਸੀ, ਇੱਕ ਭਰਾ ਦੀ ਸੈਟਿੰਗ ਹੁੰਦੀ ਸੀ ਫੌਜ ਨਾਲ। ਜੀ ਜੀ ਤੇ ਉਹ ਇਹ ਕਹਿੰਦੇ ਨੇ ਚੁੰਨੂ ਮੁੰਨੂ ਵਾਲਾ ਸੀਲ ਚਲਾਇਆ ਸੀਗਾ, ਗੁੱਡ ਕਾਪ ਬੈਡ ਕਾਪ। ਆਵਾਮ ਨੂੰ ਇਹ ਕਹਿੰਦੇ ਸਾਨੂੰ ਫੌਜ ਪਸੰਦ ਨਹੀਂ ਕਰਦੀ। ਹੁਣ ਫੌਜ ਦੀ ਝੋਲੀ 'ਚ ਬਹਿ ਗਏ, ਆਵਾਮ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਨਾ ਇਹ ਫੌਜ ਤੇ ਇਹ ਸਾਰਾ ਸਿਸਟਮ ਇੱਕ ਹੈ। ਜੀ ਜੀ ਤੇ ਜਿਹੜਾ ਸਾਰਾ ਸਿਸਟਮ ਇਹ ਆਵਾਮ ਦੇ ਖਿਲਾਫ ਹੈ। ਹਾਂਜੀ ਹੁਣ ਇੱਕ ਅਲੀਟ ਸਿਸਟਮ ਹੈ, ਉਹ ਜਿਹੜਾ ਨਾ ਉਹ ਅਲੀਟ ਨੂੰ ਪ੍ਰੋਟੈਕਟ ਕਰਦਾ ਹੈ, ਉਹਨਾਂ ਦੇ ਲਈ ਲੜਦਾ ਹੈ, ਆਵਾਮ ਦੀ ਕੋਈ ਗੱਲ ਹੀ ਕੋਈ ਨਹੀਂ ਕਰਦਾ। ਬਿਲਕੁਲ ਤੇ ਉਹ ਆਵਾਮ ਜਿਹੜਾ ਹੁੰਦਾ ਜਮਹੂਰ ਹੁਣ ਬੇਵਕੂਫ ਨਹੀਂ। ਦੂਸਰਾ ਅੱਗੇ ਜਿਹੜਾ ਸੀ ਨੈਰੇਟਿਵ ਕੰਟਰੋਲ ਕਰਨਾ ਆਸਾਨ ਹੁੰਦਾ ਸੀ, ਅਖਬਾਰਾਂ ਬੰਦ ਕਰਵਾ ਦਿਓ, PTV ਇਹਨਾਂ ਕੋਲ ਹੁੰਦਾ ਸੀ। ਉਸ ਤੋਂ ਬਾਅਦ ਫਿਰ ਅਖਬਾਰਾਂ ਵਧੀਆਂ, ਥੋੜੇ ਜਿਹੇ ਚੈਨਲ ਵਧੇ, ਥੋੜਾ ਜਿਹਾ ਰੌਲਾ ਪੈਣਾ ਲੱਗਾ, ਫਿਰ ਇਹਨਾਂ ਨੇ ਚੈਨਲਾਂ ਦੇ ਉੱਤੇ ਆਪਣੇ ਬ੍ਰਿਗੇਡੀਅਰ ਭੇਜਣੇ ਸ਼ੁਰੂ ਕਰਤੇ ਕਿ ਤੁਸੀਂ ਬਹਿ ਕੇ ਜਿਹੜਾ ਨਾ ਖਬਰਾਂ, ਹਰ ਖਬਰ ਜਿਹੜੀ ਨੇ 2 ਮਿੰਟ ਡਿਲੇ ਨਾਲ ਚੱਲਦੀਆਂ ਹੁੰਦੀਆਂ ਨੇ ਜਿੰਨੇ ਵੀ ਨਿਊਜ਼ ਚੈਨਲ ਨੇ ਨਾ, ਤੇ ਉਹ ਪਹਿਲੋਂ ਉਹ ਆਪ ਵੇਖਦਾ, ਉਸ ਤੋਂ ਬਾਅਦ ਟਰਾਂਸਮਿਟ ਹੁੰਦੀਆਂ ਨੇ। ਜੇ ਉਹਨੂੰ ਲੱਗੇ ਕਿ ਕੋਈ ਚੀਜ਼ ਕਟਵਾਣੀ, ਇੱਕ ਲਫ਼ਜ਼ ਜਿਹੜਾ ਤੁਹਾਡਾ ਉਹ ਫੌਜੀ ਦੀ ਨਜ਼ਰ 'ਚ ਗੁਜ਼ਰ ਕੇ ਫਿਰ ਅੱਗੇ ਜਾਣਾ ਹੁੰਦਾ। ਜੀ ਜੀ ਬਿਲਕੁਲ। ਤੇ ਉਹ ਸਾਰਾ ਕੰਟਰੋਲ ਕਰ ਲੈਂਦੇ ਸੀ। ਸੋਸ਼ਲ ਮੀਡੀਆ ਨੂੰ ਇਹਨਾਂ ਦਾ ਕੰਟਰੋਲ ਨਹੀਂ ਹੋ ਰਿਹਾ। ਅੱਗੇ ਇਹਨਾਂ ਦੇ ਨਾਲ ਬਹਿ ਕੇ ਇਹਨਾਂ ਨੇ ਸਾਨੂੰ ਕਿਹਾ ਜੀ ਅਸੀਂ ਤਾਂ 5th ਜਨਰੇਸ਼ਨ ਵਾਰੀ, ਸਾਨੂੰ ਤਾਂ ਖਤਰਾ ਹੈ, ਤੁਸੀਂ ਸੋਸ਼ਲ ਮੀਡੀਆ ਦਾ ਕਰੋ। ਬਿਲਕੁਲ। ਫਿਰ ਉਦੋਂ DGI ਇਹਨਾਂ ਨੂੰ ਇਹ ਸੀ ਕਿ ਅਸੀਂ ਤੇ ਬੜੇ ਜਿਹੜਾ ਨਾ 5-6 ਹਜ਼ਾਰ ਬੰਦਾ ਹਾਇਰ ਕਰਕੇ ਤੇ ਬੜੇ ਆਰਾਮ ਨਾਲ ਕੰਟਰੋਲ ਕਰ ਲਈ ਸੋਸ਼ਲ ਮੀਡੀਆ ਨੂੰ। ਪਰ ਇਹ ਨਹੀਂ ਪਤਾ ਕਿ ਬਹੁਤ ਸਾਰੇ ਸਾਡੇ ਵਰਗੇ ਵੀ ਸੀ ਨਾਲ ਇਹਨਾਂ ਦੇ, ਜਿਹੜੇ ਉਹ ਸਾਰਾ ਪ੍ਰੋਪੇਗੈਂਡਾ ਨੂੰ ਡਬੰਕ ਕਰਦੇ ਸੀ ਨਾ। ਜੀ ਜੀ। ਤੇ ਇਹਨਾਂ ਨੂੰ ਇਹ ਸੀ ਕਿ ਬੜਾ ਜਿਵੇਂ ਪਹਿਲਾਂ ਹੁੰਦਾ ਸੀ ਨਾ ਕਿ ਇੱਕ ਫੈਸਲਾ ਹੋਏਗਾ ਪਿੰਡੀ ਵਿੱਚ, GHQ 'ਚ ਬਹਿ ਕੇ ਅਸੀਂ ਇੱਕ ਫੈਸਲਾ ਕਰਨਾ ਹੈ। ਜਿਹੜਾ ਫੈਸਲਾ ਹੈ ਉਹ ਜੋ ਅਸੀਂ ਕਹਿ ਦੇਣਾ ਹੈ ਵੀ ਇੱਧਰ ਸੱਜੇ ਬੰਨੇ ਬਹਿ ਜਾਓ ਤੇ ਆਵਾਮ ਨੇ ਸੱਜੇ ਬੰਨੇ ਬਹਿ ਜਾਣਾ, ਖੱਬੇ ਬੰਨੇ ਬਹਿ ਜਾਓ ਤੇ ਆਵਾਮ ਨੇ ਖੱਬੇ ਬੰਨੇ ਬਹਿ ਜਾਣਾ। ਨਾ ਤੇ ਹੁਣ ਆਵਾਮ ਰਹੀ ਹੈ ਉਹ, ਤੇ ਨਾ ਵੋਟਰ ਰਿਹਾ ਹੈ। ਠੀਕ ਹੈ, ਅੱਗੇ ਲੋਕੀ ਬੜੇ ਚੀਜ਼ਾਂ ਨੂੰ ਵੋਟ ਦਿੰਦੇ ਸੀ ਕਿ ਲੋਕੀ ਇਹ ਵੋਟ ਦਿੰਦੇ ਸੀ ਹਕੂਮਤ ਕਿਹਦੀ ਆ ਰਹੀ, ਉਹ ਹਵਾ ਜਿਹਨੂੰ ਕਹਿੰਦੇ ਸੀ ਨਾ ਕਿ ਐਤਕੀ ਹੱਥ ਕਿਹਦੇ ਤੇ ਆ।
ਉਹ ਜਿੱਤੇ ਹੱਥ ਹੁੰਦਾ ਸੀ ਆਵਾਮ ਉਧਰ ਚੱਲ ਜਾਂਦੀ ਸੀ ਕਿ ਚਲੋ ਸਾਨੂੰ ਇਹ ਤੋਂ ਫਾਇਦੇ ਲੈਣੇ ਨੇ, ਕੋਈ ਸੜਕ ਬਣਵਾਉਣੀ ਹੈ, ਕੋਈ ਗੈਸ ਲੈਣੀ ਹੈ, ਕੋਈ ਬੰਦਾ ਜੇਲੋਂ ਛਡਾਉਣਾ ਹੈ, ਕੋਈ ਐਵੇਂ ਦਾ। ਹੁਣ ਆਵਾਮ ਦਾ ਚੱਕਰ ਹੀ ਕੋਈ ਨਹੀਂ। ਆਵਾਮ ਨੂੰ ਪਤਾ ਲੱਗ ਗਿਆ ਕਿ ਰੋਟੀ ਜਿਹੜੀ ਖਾਣੀ ਹੈ ਉਹ ਔਖੀ ਹੋਈ ਪਈ, ਜੇ ਇਸ ਤਰ੍ਹਾਂ ਹੀ ਅਸੀਂ ਤੁਰਦੇ ਰਹੇ ਨਾ ਤੇ ਮੁਲਕ ਨਹੀਂ ਚੱਲਣਾ, ਨਿਜ਼ਾਮ ਬਦਲਣਾ ਪੈਣਾ। ਬਿਲਕੁਲ, ਅੱਲਾ ਕਰੇ ਜੀ ਬਦਲਾਅ ਹੋਵੇ। ਗਰੀਬ ਲੋਕ ਤਾਂ ਮਰ ਗਏ ਨੇ ਤੇ ਹਾਲਾਤ ਮੁਲਕ ਦੇ ਅੰਦਰੂਨੀ ਬੈਰੂਨੀ ਖਰਾਬ ਹਨ ਬਹੁਤ ਜ਼ਿਆਦਾ। ਨਹੀਂ, ਖਰਾਬ ਇਹਨਾਂ ਖੁਦ ਕੀਤੇ ਹੋਏ ਨੇ ਨਾ ਜੀ। ਵੇਖੋ, ਖਰਾਬ ਤੇ ਇਹਨਾਂ ਨੇ ਖੁਦ ਕੀਤੇ, ਅੰਦਰੂਨੀ ਬਰੂਨੀ ਤੇ ਖੈਰ ਟਹਿ ਜਾਵੇ, ਖਰਾਬ ਨਹੀਂ ਹੈ, ਉਹ ਖੁਦ ਹੀ ਬੁੰਡ ਪੰਗੇ ਲੈਂਦੇ ਨੇ, ਖਰਾਬ ਹੁੰਦੇ ਨੇ। ਸਿੰਪਲ ਜੀ ਗੱਲ, ਤੁਹਾਡੀ 70 ਸਾਲ ਤੋਂ ਨਾ ਇੰਨਾ ਬਜਟ ਹੈ, ਖਾ ਗਏ ਨੇ, ਸਭ ਕੁਛ ਖਾ ਗਏ ਨੇ। ਸਹੀ। ਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਨੌਕਰੀ ਸੀ, ਇੱਕ ਕੰਮ ਸੀ ਕਿ ਤੁਸੀਂ ਸਿਕਿਉਰਿਟੀ ਦੇਣੀ, ਉਹ ਸਿਕਿਉਰਿਟੀ ਤੁਸੀਂ ਨਹੀਂ ਦੇ ਰਹੇ। ਬਿਲਕੁਲ, ਦੁਨੀਆ ਦਾ ਹਰ ਕੰਮ ਇਹ ਕਰਦੇ ਨੇ, ਇੱਕ ਬੱਚੇ ਦਾ ਫੀਡਰ ਤੋਂ ਲੈ ਕੇ ਖਾਦਾਂ ਤੇ ਕਰੇ ਬਣਾਉਂਦੇ ਨੇ, ਸੀਮੈਂਟ ਇਹ ਬਣਾਉਂਦੇ ਨੇ, ਸ਼ੂਗਰ ਮਿਲਾਂ ਇਹਨਾਂ ਦੀਆਂ, ਹਰ ਚੀਜ਼। $200 ਬਿਲੀਅਨ ਦੀ ਇਹਨਾਂ ਦੀ ਜਿਹੜੀ ਨਾ ਇਕਨੋਮੀ ਹੈ ਪਾਕਿਸਤਾਨ ਵਿੱਚ। ਜੀ ਜੀ। ਇਸ ਟਾਈਮ ਪਾਕਿਸਤਾਨ ਦੀ ਸਭ ਤੋਂ ਵੱਡੀ ਕਾਸ਼ਤਕਾਰ ਜਿਹੜੀ ਇੱਕ ਸਿੰਗਲ ਐਂਟਿਟੀ, ਉਹ ਜਿਹੜੀ ਆਰਮੀ ਹੈ, ਤਕਰੀਬਨ 30% ਲੈਂਡ ਪਾਕਿਸਤਾਨ ਦਾ ਜਿਹੜਾ ਇਹ ਓਨ ਕਰਦੇ ਨੇ। ਓਨ ਕੀ ਕਰਦੇ, ਮਤਲਬ ਉਹ ਗਵਰਨਮੈਂਟ ਆਫ ਪਾਕਿਸਤਾਨ ਦੀ ਲੈਂਡ ਜਿਹੜੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ। ਬਿਲਕੁਲ। ਤੇ ਉਹ ਇਸ ਤਰ੍ਹਾਂ ਨਹੀਂ ਵੀ ਡਰ ਡੁਰ ਕੇ ਕਬਜ਼ਾ ਕਰਦੇ ਨੇ। ਹੁਣ ਪਿੱਛੇ ਜੇ ਇਹਨਾਂ ਨੇ ਜਿਹੜਾ ਕਾੜਾ ਦੇ ਵਿੱਚ ਵਾਕਿਆਤ ਕੀਤੇ, ਬੰਦੇ ਮਾਰ ਕੇ ਕਬਜ਼ਾ ਕੀਤਾ ਹੈ। ਇਹ ਕਬਜ਼ਾ ਗਰੁੱਪ ਇੱਕ ਬਹੁਤ ਵੱਡਾ ਜਿਹੜਾ ਨਾ ਲੋਕਾਂ ਨੂੰ ਕਬਜ਼ਾ ਕਰਦੇ ਨੇ, ਉਹ ਕਰਦੇ ਨੇ ਸਭ ਕੁਝ। ਤੇ ਇਹਨਾਂ ਦਾ ਤੇ ਕੋਈ ਆਪਣੇ ਜਿਹੜਾ ਕੰਮ ਸੀ ਇਹਨਾਂ ਦਾ, ਉਹਦੇ ਨਾਲ ਤਾਲੁਕ ਇਹਨਾਂ ਦਾ ਕੋਈ ਨਹੀਂ ਨਾ। ਪ੍ਰਾਪਰਟੀਆਂ ਡੀਲਰ ਨੇ, ਉਹ ਕੰਮ ਕਰਦੇ ਨੇ। ਜਿਹੜਾ ਕੰਮ ਕਰਨ ਵਾਲਾ ਸੀ ਉਹ ਤੇ ਕਰਦੇ ਕੋਈ ਨਹੀਂ। ਤੇ ਫਿਰ ਆਵਾਮ ਨੇ ਇਹਨਾਂ ਤੋਂ ਬਦਲਾ ਨਹੀਂ ਹੋਣਾ ਨਾ। ਹੁਣ ਵੇਖੋ ਨਾ, $1 ਬਿਲੀਅਨ ਵਾਸਤੇ IMF ਦੇ ਤਰਲੇ ਕਰਦੇ ਨੇ ਜੀ ਹਾਂ। ਇਹੋ ਹੀ ਫੇਰ ਜਿਹੜਾ ਨਾ ਫੌਜ ਦੇ ਕਾਰੋਬਾਰ ਨੂੰ 17 ਬਿਲੀਅਨ ਡਾਲਰ ਜਿਹੜਾ ਨਾ ਹਰ ਸਾਲ ਪਾਕਿਸਤਾਨ ਸਬਸਿਡੀ ਦਿੰਦਾ ਹੈ ਫੌਜ ਦੇ ਕਾਰੋਬਾਰ ਨੂੰ, ਤੇ ਉਹ ਫਿਰ ਟੈਕਸ ਦੇਣੀ। ਠੀਕ ਹੈ। ਬਿਲਕੁਲ। ਇਸ ਟਾਈਮ ਪਾਕਿਸਤਾਨ ਦਾ ਜਿਹੜਾ ਮਸਲਾ ਹੈ ਫੌਜ ਹੈ, ਤੇ ਉਹਦਾ ਮਸਲਾ ਇਹ ਨਹੀਂ ਕਿ ਜਿਹੜੀ ਫੌਜ ਦੀਆਂ ਤਨਖਾਹਾਂ ਤੇ ਸਿਰਫ $10-12 ਬਿਲੀਅਨ ਹੈ ਸਾਰਾ, ਉਹਦਾ ਤਾਂ ਮਸਲਾ ਹੀ ਕੋਈ ਨਹੀਂ। ਮਸਲਾ ਹੈ ਫੌਜ ਦਾ ਕਾਰੋਬਾਰ। ਠੀਕ ਹੈ। ਇੱਕ ਉਹਨਾਂ ਦੀ ਇੱਕ ਸੈਪਰੇਟ ਇਕੋਨਮੀ ਹੈ ਸਾਡੇ ਤੋਂ, ਉਹ ਰਨ ਕਰਦੇ ਨੇ, ਉਹ ਸਮਗਲਿੰਗ ਕਰਦੇ ਨੇ, ਸਭ ਕੁਛ ਕਰਦੇ ਨੇ, ਤੇ ਉਹ ਅਕਾਊਂਟੇਬਲ ਕਿਸੇ ਚੀਜ਼ ਨੂੰ ਨਹੀਂ। ਉਹ ਇੱਕ ਸਟੇਟ ਅਬਵ ਸਟੇਟ ਬਣੇ ਹੋਏ ਨੇ ਇਸ ਟਾਈਮ। ਉਹ ਕਹਿੰਦੇ ਨੇ ਅਸੀਂ ਕਿਸੇ ਨੂੰ ਅਕਾਊਂਟੇਬਿਲਿਟੀ ਨਹੀਂ ਦੇਣੀ, ਅਸੀਂ ਕਿਸੇ ਸਿਸਟਮ ਨੂੰ ਨਹੀਂ ਮੰਨਣਾ। ਉਹ ਕੋਈ ਰਿਫਾਰਮ ਸਿਸਟਮ 'ਚ ਆਉਣ ਨਹੀਂ ਦਿੰਦੇ, ਕਿਉਂਕਿ ਜੇ ਰਿਫਾਰਮ ਸਿਸਟਮ 'ਚ ਆਈਆਂ ਤਾਂ ਉਹਨਾਂ ਟੈਕਸ ਨੈਟ 'ਚ ਆ ਜਾਣਾ। ਉਹ ਚਾਹੁੰਦੇ ਨਹੀਂ ਕਿ ਕੋਈ ਟੈਕਸ ਨੈਟ ਆਵੇ, ਕੋਈ ਜਿਹੜਾ ਨਾ ਸਿਰਫ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਅਸੀਂ ਸਮਝਦੇ ਨਾ ਕਿ ਪਾਕਿਸਤਾਨ ਦਾ ਸਿਸਟਮ ਖਰਾਬ ਹੈ। ਨਹੀਂ, ਇਹ ਖਰਾਬ ਨਹੀਂ ਹੈ। ਇਹ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੋਇਆ ਹੈ ਕਿ ਉਹਨਾਂ ਨੂੰ ਕੋਈ ਲੂਪ ਹੋਲ ਮਿਲਦੇ ਰਹਿਣ ਤੇ ਉਹ ਆਪਣਾ ਕੰਮ ਚਲਾਈ ਜਾਣ। ਇਹ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੋਇਆ ਹੈ, ਤੇ ਬਾਈ ਡਿਜ਼ਾਈਨ ਉਹ ਚੀਜ਼ਾਂ ਨੂੰ ਇਸ ਤਰ੍ਹਾਂ ਚਲਾਉਂਦੇ ਨੇ ਕਿ ਜਿਹੜੀ ਨਾ ਸਟੇਬਿਲਿਟੀ ਨਾ ਆਏ ਕਦੀ ਵੀ ਪਾਕਿਸਤਾਨ ਵਿੱਚ। ਤੇ ਸਟੇਬਿਲਿਟੀ ਨਹੀਂ ਆਏਗੀ, ਕੰਟੀਨਿਊਟੀ ਨਹੀਂ ਆਏਗੀ, ਉਹਨਾਂ 'ਚ ਕੋਈ ਵੀ ਦੁਨੀਆ ਦੀ ਮੁਲਕ ਜਿਹੜਾ ਨਾ ਇਕਨੋਮਿਕ ਸਟੇਬਿਲਿਟੀ ਤੇ ਇਕਨੋਮਿਕ ਗਰੋਥ ਨਹੀਂ ਹੋ ਸਕਦੀ। ਤੇ ਫੌਜ ਚਾਹੁੰਦੀ ਵੀ ਨਹੀਂ ਕਿ ਪਾਕਿਸਤਾਨ 'ਚ ਇਕਨੋਮਿਕ ਗਰੋਥ ਹੋਏ, ਪਾਕਿਸਤਾਨ 'ਚ ਐਜੂਕੇਸ਼ਨ ਹੋਏ, ਪਾਕਿਸਤਾਨ ਖੁਸ਼ਹਾਲ ਹੋਏ। ਕਿਉਂਕਿ ਜੇ ਲੋਕਾਂ ਨੂੰ ਆਪਣੇ ਹਕੂਕ ਦਾ ਪਤਾ ਲੱਗ ਗਿਆ, ਖੁਸ਼ਹਾਲੀ ਆ ਗਈ, ਤੇ ਫੌਜ ਮਕਸਦ ਫੌਜ ਹੋ ਜਾਣਾ। ਉਹ ਚਾਹੁੰਦੇ ਨੇ ਐਲੀਟ ਕੈਪਚਰ ਜਿਹੜਾ ਉਹ ਕਾਇਮ ਰਹੇ, DH ਜਿਹੜੇ ਨੇ ਉਹ ਤਰੱਕੀਆਂ ਹੁੰਦੀਆਂ ਰਹਿਣ। ਆਵਾਮ ਜਿਸ ਤਰ੍ਹਾਂ, ਕਿਉਂਕਿ ਜੇ ਵੇਖੋ ਇਹ ਬੜਾ ਕੁਦਰਤ ਦਾ ਬੜਾ ਜ਼ਬਰਦਸਤ ਅਸੂਲ ਹੈ। ਜੇ ਇੱਕ ਬੰਦੇ ਨੂੰ ਅਮੀਰ ਹੋਣਾ ਤਾਂ ਉਹਦੇ ਨਾਲ 100 ਬੰਦੇ ਨੂੰ ਗਰੀਬ ਹੋਣਾ ਜ਼ਰੂਰੀ ਹੈ, ਕਿਉਂਕਿ ਡਿਸਟ੍ਰੀਬਿਊਸ਼ਨ ਆਫ ਵੈਲਥ ਜਿਹੜੀ ਨੂੰ ਇਸ ਤਰ੍ਹਾਂ ਹੋਣੀ। ਕਿਉਂਕਿ ਜੇ ਇੱਕ ਬੰਦੇ ਨੇ ਅਮੀਰ ਹੋਣਾ ਤਾਂ ਮਤਲਬ ਉਹਨੇ 100 ਬੰਦੇ ਦਾ ਰੋਟੀ ਖੋ ਕੇ ਅਮੀਰ ਹੋਣਾ। ਬਿਲਕੁਲ। ਉਹ ਫਿਰ ਆਵਾਮ ਦਾ ਗਰੀਬ ਹੋਣਾ ਬਹੁਤ ਜ਼ਰੂਰੀ ਉਹਨਾਂ ਵਾਸਤੇ। ਤੇ ਉਹ ਬਾਈ ਡਿਜ਼ਾਈਨ ਲੋਕਾਂ ਨੂੰ ਗਰੀਬ ਰੱਖਦੇ ਨੇ ਕਿ ਆਵਾਮ ਜਿਹੜੀ ਨਾ ਉਹ ਗਰੀਬ ਰਵੇ ਤੇ ਸਾਡੇ ਤੋਂ ਪੁੱਛੇ ਦੱਸੇ ਕੋਈ ਨਾ। ਲੋਕਾਂ ਨੂੰ ਲੁੱਟ ਕੇ ਬੇਸਿਕਲੀ ਗਰੀਬ ਆਪਣਾ ਅਮੀਰ ਹੁੰਦੇ ਨੇ, ਤਾਂ ਖੁਦ ਅਮੀਰ ਤਾਂ ਲੋਕਾਂ ਨੂੰ ਗਰੀਬ ਕਰਦੇ ਨੇ ਨਾ, ਲੁੱਟ ਕੇ ਉਹਨਾਂ ਦਾ ਹਿੱਸਾ, ਉਹਨਾਂ ਦਾ ਮਾਲ। ਬਿਲਕੁਲ। ਫਿਰ ਉਹੀ ਇੱਕ ਬੰਦਾ ਜਿਹੜੀ ਫਰਜ਼ ਕਰ ਲਓ 2 ਲੱਖ ਵੀ ਤਨਖਾਹ ਹੈ ਪਾਕਿਸਤਾਨ ਵਿੱਚ, ਇੱਕ ਫੌਜੀ ਜਰਨਲ ਜਿਹੜਾ 2-3 ਲੱਖ ਵੀ ਕਹਿ ਲਓ, ਤੇ ਉਹਨਾਂ ਦੇ ਬਾਲ ਜਿਹੜੇ ਨੇ ਉਹਨਾਂ ਦੀਆਂ ਫੀਸਾਂ ਜਿਹੜੀਆਂ ਨੇ ਕਰੋੜ 2-2 ਕਰੋੜ ਰੁਪਈਆ ਫੀਸਾਂ ਦੇ ਕੇ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਇੱਕ ਬੜਾ ਅੱਛਾ ਲਾਈਫ ਸਟਾਈਲ ਥਿੰਦੇ ਨੇ, ਫਿਰ ਕਰੋੜਾਂ ਦੀ ਕੋਠੀਆਂ ਲੈ ਲੈਂਦੇ ਬਾਹਰ ਆ ਕੇ। ਉਹ ਇੰਨਾ ਪੈਸਾ ਇਹਨਾਂ ਕੋਲ ਕਿੱਥੋਂ ਆਉਂਦਾ ਹੈ? ਉਹ ਹੁਣ ਇਹ ਐਸੈਟ ਬਿਆਨ ਦਾ ਮੀਨ ਹਰ ਸਿਆਸਤਦਾਨ ਤੋਂ ਪੁੱਛਦੇ ਨੇ ਕਿ ਐਸੈਟ ਬਿਆਨ ਦਾ ਮੀਨ ਜੀ ਨਵਾਜ਼ ਸ਼ਰੀਫ ਕੋਲ ਪੈਸੇ ਕਿੱਥੋਂ ਆ ਗਏ, ਇਮਰਾਨ ਖਾਨ ਕੋਲ ਪੈਸੇ ਕਿੱਥੋਂ ਆ ਗਏ। ਕਦੀ ਕਿਸੇ ਬੰਦੇ ਫੌਜੀ ਤੋਂ ਪੁੱਛਿਆ ਕਿ ਤੇਰੇ ਕੋਲ ਕਿੰਨਾ ਪੈਸਾ ਕਿੱਥੋਂ ਆ ਗਿਆ? ਬਾਜਵਾ ਰਿਟਾਇਰ ਹੋਇਆ, ਬਾਜਵਾ ਕੋਲ ਜਿਹੜਾ ਨਾ ਇਸ ਟਾਈਮ ਅੰਨਾ ਪੈਸਾ ਹੈ ਜਿਹੜਾ ਉਹਦੇ ਪਬਲਿਸ਼ ਹੋ ਗਿਆ। ਹੁਣ ਉਹ ਕਿੱਥੋਂ ਆਇਆ ਪੈਸਾ ਸਾਰਾ? ਕਿਸੇ ਜ਼ਰੂਰਤ ਹੈ ਕਿ ਉਹਨੂੰ ਪੁੱਛ ਸਕੇ?
ਇਹ ਵੀ ਤੇ ਮੇਰਾ ਹੈ ਉਸ ਨੂਰਾਨੀ ਨੇ ਉਸਨੇ ਅਹਿਮਦ ਨੂਰਾਨੀ ਨੇ ਜੁਰਤ ਕੀਤੀ ਹੈ, ਵਰਨਾ ਤੇ ਜੁਰਤ ਹੀ ਕੋਈ ਨਹੀਂ ਕਰਦਾ ਇਹਨਾਂ ਦੀ ਗੱਲ ਕੋਈ ਸਾਹਮਣੇ ਲਾਉਣ ਤੇ। ਜੀ ਆ ਨਾ, ਤੇ ਉਹ ਜਿਹੜਾ ਉਹਨਾਂ ਦੀ ਗੱਲ ਸਾਹਮਣੇ ਲੈ ਆਂਦਾ ਉਹ ਗੱਦਾਰ ਹੋ ਜਾਂਦਾ, ਉਹ ਮੁਲਕ ਦਾ ਗੱਦਾਰ ਹੋ ਜਾਂਦਾ। ਦੱਸੇ ਸੀ ਵਿਚਾਰਾ ਤਦੇ ਮਾਰਿਆ ਗਿਆ ਨਾ। ਅਰਸ਼ਦ ਸ਼ਰੀਫ ਵੀ ਜਿਹੜਾ ਨਾ ਉਹ ਇੱਕ ਫੌਜੀ ਜਿਹੜਾ ਸ਼ਹੀਦ ਹੋਇਆ ਸੀ, ਤੁਹਾਨੂੰ ਪਤਾ ਹੈਲੀਕਾਪਟਰ ਦੇ ਹਾਦਸੇ 'ਚ, ਜਨਰਲ ਸਰਫਰਾਜ਼। ਜੀ ਜੀ। ਉਹ ਉਹਦੀ ਤਹਿਕੀਕ ਕਰ ਰਿਹਾ ਸੀ ਬੇਸਿਕਲੀ, ਉਹਦੇ ਹੋਰ ਵੀ ਬੜੇ ਕਨਾਲ ਸਨ, ਕਿਉਂਕਿ ਉਹ ਵੀ ਕੋਈ ਕਨੈਕਸ਼ਨ ਇਹ ਮਿਲ ਰਹੇ ਸਨ ਕਿ ਸ਼ਾਇਦ ਕੋਈ ਕਿਸੇ ਨੇ ਤਸਰੀਫੀ ਕਾਰਵਾਈ ਕੀਤੀ ਹੈ, ਕਿਉਂਕਿ ਬਹੁਤ ਸਾਰੇ ਹੈਲੀਕਾਪਟਰ ਜਿਹੜੇ ਨੇ ਉਹ ਉਹਨਾਂ 'ਚ ਤਕਨੀਕੀ ਖਰਾਬੀਆਂ ਖੁਦ ਵੀ ਪੈਦਾ ਕੀਤੀਆਂ ਜਾ ਸਕਦੀਆਂ ਨੇ, ਜਿਵੇਂ ਇਮਰਾਨ ਖਾਨ ਦਾ 2 ਵਾਰੀ ਹੈਲੀਕਾਪਟਰ ਖਰਾਬ ਹੋ ਗਿਆ ਸੀ। ਬਿਲਕੁਲ। ਤੇ ਉਹਨੂੰ ਤਾਂ ਅੱਲਾਹ ਤਾਲਾ ਨੇ ਜਿਹੜਾ ਨਾ ਬਚਾ ਲਿਆ, ਲੇਕਿਨ ਉਹ ਵਿਚਾਰਾ ਜਾਨਵਰ ਨਹੀਂ ਹੋ ਸਕਿਆ, ਕਿਉਂਕਿ ਉਹ ਇਸ ਤੋਂ, ਕਿਉਂਕਿ ਜਿਹੜਾ ਸੀ ਜਨਰਲ ਸਰਫਰਾਜ਼ ਦੇ ਬਾਰੇ ਇਮਰਾਨ ਖਾਨ ਦਾ ਖਿਆਲ ਸੀ ਕਿ ਉਹਨੂੰ ਮੈਂ ਆਰਮੀ ਚੀਫ ਅਗਲਾ ਲਾਵਾਂਗਾ, ਇਸ ਲਈ ਉਹਦਾ ਪਤਾ ਟਾਈਮ ਨਾਲ ਸਾਫ਼ ਕੀਤਾ ਗਿਆ। ਇਹ ਤੇ ਪੈਜੋ ਗਦਾਰੀ ਹੈ ਮੁਲਕ ਵਿੱਚ, ਚੰਗੇ ਬੰਦੇ ਨੂੰ ਮਾਰ ਕੇ ਤੇ ਇਹ ਤੁਹਾਨੂੰ ਪਤਾ ਹੈ ਨਾ, CIA ਦੇ ਆਪਰੇਟਿਵ ਜਿਹੜੇ ਹੁੰਦੇ ਨੇ ਨਾ, ਉਹ ਵੀ ਹੁੰਦੇ ਨੇ, ਉਹਨਾਂ ਨੇ ਬੰਦਾ ਅਗਲਾ ਆਰਮੀ ਚੀਫ ਹੰਟ ਕਰਨਾ ਹੁੰਦਾ ਨਾ, ਸਿਲੈਕਟ ਕਰਨਾ ਹੁੰਦਾ, ਸਭ ਕੁਝ ਕਰਨਾ ਹੁੰਦਾ, ਫਿਰ ਉਹਨਾਂ ਦੇ ਹੁੰਦਾ ਕਿਹੜਾ ਮਨਜ਼ੂਰ ਨਜ਼ਰ ਸਾਡਾ ਹੋਏਗਾ, ਉਹਦਾ ਫਿਰ ਉਹਨਾਂ ਨੂੰ ਕੰਪੀਟੀਸ਼ਨ ਖਤਮ ਕਰਨਾ ਹੁੰਦਾ। ਹਾਂਜੀ। ਫਿਰ ਉਹ ਸਿਆਸਤਦਾਨਾਂ ਨੂੰ ਫੜਦੇ ਨੇ ਕਿ ਸਿਆਸਤਦਾਨਾਂ ਦੇ ਥਰੂ ਆਪਣਾ ਬੰਦਾ ਉੱਤੇ ਲੈ ਕੇ ਆਉਂਦੇ ਨੇ, ਫਿਰ ਜਦੋਂ ਬੰਦਾ ਆ ਜਾਂਦਾ ਹੈ, ਉਹ ਬੰਦਾ ਸੈੱਟ ਹੋ ਜਾਂਦਾ, ਫਿਰ ਉਹਨੂੰ ਕਹਿੰਦੇ ਨੇ ਕਿ ਇਹ ਸਿਆਸਤਦਾਨ ਨੂੰ ਚੁੱਕ ਦੇ। ਉਹ ਫਿਰ ਜਦੋਂ ਖੁੱਲ ਕਹਿੰਦਾ ਪਾਕਿਸਤਾਨ ਦੀ ਤੁਸੀਂ ਤਾਰੀਖ ਵੇਖੋ ਨਾ, ਜਿਹੜਾ ਬੰਦਾ ਜਿਹੜੇ ਵਜ਼ੀਰ ਆਜ਼ਮ ਨੇ ਜਿਹੜਾ ਫੌਜੀ ਜਨਰਲ ਲਾਇਆ ਨਾ, ਉਸੇ ਫੌਜੀ ਜਨਰਲ ਨੇ ਉਸੇ ਵਜ਼ੀਰ ਆਜ਼ਮ ਦਾ ਤਖਤਾ ਉਲਟਿਆ। ਬਿਲਕੁਲ ਸਹੀ ਹੈ। ਪੂਰੀ ਕੰਸਿਸਟੈਂਸੀ, ਪੂਰੀ ਪਾਕਿਸਤਾਨ ਦੇ ਵਿੱਚ ਸਿਰਫ ਇੱਕ ਚੀਜ਼ ਕੰਸਿਸਟੈਂਸੀ ਹੈ, ਵਜ਼ੀਰ ਆਜ਼ਮ ਜਨਰਲ ਚੀਫ ਆਫ ਆਰਮੀ ਸਟਾਫ ਅਪੁਆਇੰਟ ਕਰਦਾ, ਤੇ ਫਿਰ ਉਹ ਚੀਫ ਆਫ ਆਰਮੀ ਸਟਾਫ ਜਿਹੜਾ ਹੈ ਉਸੇ ਵਜ਼ੀਰ ਆਜ਼ਮ ਨੂੰ ਸੈਕ ਕਰਦਾ ਹੈ। ਬਿਲਕੁਲ। ਕਿੱਡੀ ਖੂਬਸੂਰਤੀ ਹੈ। ਹਾਲਾਂਕਿ ਉਹਦਾ ਕੋਈ ਤਲਕ ਵਾਸਤਾ ਹੀ ਨਹੀਂ ਇਹਦੇ ਨਾਲ, ਇਹ ਆਵਾਮ ਦਾ ਤਲਕ ਹੈ ਕਿ ਆਵਾਮ ਤੋਂ ਲੈ ਕੇ ਆਵਾਮ ਹੀ ਉਹਨੂੰ ਵਾਪਸ ਭੇਜਿਆ। ਜੀ ਆਵਾਮ ਦੀ ਤਾਂ ਕੋਈ ਨਹੀਂ, ਆਵਾਮ ਨੂੰ ਤਾਂ ਸਿਰਫ ਇਹ ਇਹਨਾਂ ਨੇ ਕਿਹਾ ਕਿ ਉਹਨੂੰ ਆਖਦੇ ਨੇ ਯਾਰ ਲੋਕ, ਆਵਾਮ ਜਿਹੜੀ ਸਾਡੇ ਇੱਥੇ ਸੁਣਨ ਵਾਲੇ ਨੇ ਉਹ ਆਈ ਜਾ ਰਹੇ ਨੇ, ਉਹਨਾਂ ਨੂੰ ਲੱਗ ਰਿਹਾ ਕਿ ਇਹ ਦੋਵੇਂ ਬੰਦੇ ਨਾ ਗੱਪਾਂ ਮਾਰਦੇ। ਸਾਡਾ ਅਸਲ 'ਚ ਨਾ ਤੇਰੇ ਗੱਲ ਕਰਨ ਦਾ ਤਰੀਕਾ ਥੋੜਾ ਡਿਫਰੈਂਟ ਹੁੰਦਾ। ਅੱਜ ਤਾਂ ਮੈਂ ਜ਼ਰਾ ਖੁਸ਼ੀ ਦੇ ਵਿੱਚ ਗੱਲ ਕਰ ਰਿਹਾ ਨਾ, ਕਿਉਂਕਿ ਅੱਜ ਖਾਲਦ ਭਾਈ ਤੁਹਾਡੇ ਟਿਕਟ ਦੇ ਕੋਈ ਕਾਰਵਾਈ ਨਹੀਂ ਪਾਈ ਤੇ ਅਸੀਂ ਪਾ ਛੱਡੀ ਜੇ, ਸਾਡੇ ਤੇ ਖੁਸ਼ ਰਵੇ ਅੱਜ। की हो गया जी? अस्सलाम वालेकुम। मैंने नीचे लिखा है अपना गुजर भाई, कैसी ये बेखुदी, ये अदाए बेनियाजी, क्योंकि BFT भाई ने भी सलाम दिया था, मैंने भी सलाम दिया, जवाब नहीं आया। ओह आई एम सॉरी। कि कैसी ये बेखुदी, ये अदाए बेनियाजी, ऐसी भी बेरुखी क्या कि सलाम तक न पहुंचे। ओ वालेकुम सलाम। सॉरी जी, मैं असल च ना ਯਕੀਨ ਕਰੋ ਮੈਂ ਦੇਖਿਆ ਕੋਈ ਨਹੀਂ, ਮੈਂ ਉਹ ਤੁਸੀਂ ਕੀ ਸਲਾਮ। ਵਾਲੇकुम सलाम हमदान भाई। वेलकम। हमदान भाई आपकी डीपी जो है ना माशाल्लाह। मैं अभी करने वाला था, मैं आया था क्योंकि आबिद भाई का हुक्म था कि तलावत भी करनी और सारा कुछ, तो इस वजह से मैं इधर मैंने वो अपना काम था कुछ, तो उधर जाना था, तो मैंने सोचा चलो पहले हाजिरी लगा लूं तो तब जाऊं। अच्छा और डीपी है जरा बड़ा करो जी। ये तर में अल्लाह ना ਗੁਜਰ ਭਾਈ ਜ਼ਰਾ ਥੱਲੇ ਆਓ ਨਾ 2 ਮਿੰਟ। ਮੈਂ ਕਿਵੇਂ ਥੱਲੇ ਆਉ, ਤੁਸੀਂ ਲਾਉਣਾ ਮੈਨੂੰ ਥੱਲੇ। हाँ मैं हो गया भाई आपने मेरे को सही तो बोला था ना बस जी। इसी के साथ आबिद भाई रोड का आगाज भी कर दें और फिर मैंने निकलना है, फिर मैंने वापस आना है तकरीबन 10 मिनट के अंदर अंदर। बिस्मिल्लाह, तिलावत करो जी, तिलावत करो बिस्मिल्लाह जी। आऊज़ु बिल्लाहि मिनश शैतानिर रजीम, बिस्मिल्लाहिर रहमानिर रहीम। कुल आऊज़ु बिरब्बिन नास, मलिकिन नास, इलाहिन नास, मिन शर्रिल वसवासिल खन्नास, अल्लज़ी युवस्विसु फी सुदूरिन नास मिनल जिन्नति वन नास। सदकल्लाहुल अज़ीम।
اور ذکر مصطفیٰ ذکر خدا کرے، ذکر مصطفیٰ نہ کرے، ہمارے منہ میں ہو ایسی زباں خدا نہ کرے۔ تو صرف 2 شعر نعت کے، اور ایک وہ حمدان بھائی کو بھی بڑی پسند ہے نعت، تو 1-2 شعر اس کے پڑھوں گا، تو پھر میں اجازت چاہوں گا، پھر میں 10 منٹ بعد آپ کو ملوں گا انشاءاللہ۔ تو صلی اللہ علیہ یا رسول اللہ وسلم علیک یا حبیب اللہ۔ جب تک بکا نہ تھا تو کوئی پوچھتا نہ تھا، تم نے خرید کر انمول کر دیا۔ تو یاد نبی کا گلشن مہکا، یاد نبی کا گلشن مہکا، مہکا لگتا ہے۔ محفل میں موجود ہیں آقا، محفل میں موجود ہیں آقا، ایسا لگتا ہے۔ یاد نبی کا گلشن مہکا، مہکا لگتا ہے۔ لب پر نغمے صلی اللہ کے، ہاتھوں میں کشکول، لب پر نغمے صلی اللہ کے، ہاتھوں میں کشکول، دیکھو تو سرکار کا منگتا، دیکھو تو سرکار کا منگتا، کیسا لگتا ہے۔ یاد نبی کا گلشن مہکا، مہکا لگتا ہے۔ آنکھوں میں مازار کا کجلا، سر طٰہٰ کا ہے تاج، کیسے کہ دوں کملی والا، کیسے کہ دوں پیارے آقا، کیسے کہ دوں کملی والا، ہم جیسا لگتا ہے۔ یاد نبی کا گلشن مہکا، مہکا لگتا ہے۔ اور اس کے ساتھ ہی 1-2 شعر دوسرا حمدان بھائی کو پسند ہے، صرف 1 شعر ہی پڑھوں گا اس کا۔ چلو دیا نہیں سوری وہ حمدان بھائی کون سی آپ کہتے ہوتے ہیں جی؟ در نبی پر بالکل نہیں، ایک دوسری آپ نے اس دن کہی تھی، وہ ان کی عرب ہاں، تاجدار حرم ہو نگاہ کرم، تاجدار حرم ہو نگاہ کرم، ہم غریبوں کے دن بھی سنور جائیں گے، ہمیں بے کساں کیا کہے گا جہاں، ہمیں بے کساں کیا
کہے گا جہاں آپ کے در سے خالی، اگر جائیں گے تاجدار حرم، ہو نگاہ کرم تاجدار حرم۔ جی تمام دوستوں کو، بہن بھائی جو بی ایس بروڈ کے اوپر موجود ہیں، آپ سب کو دل کی اتھا گہرائیوں سے خوش آمدید۔ قادیانیوں کو بروڈ پر آنے کی ہرگز اجازت نہیں، گالم گلوچ کر کے بروڈ کا ماحول خراب نہ کریں۔ قادیانی برائے کرم اس بروڈ پر مت آئیں، ورنہ ذلیل کر کے اتار دیے جائیں گے۔ اور گالم گلوچ کرنے والے حضرات سے درخواست ہے کہ برائے کرم آپ نیچے ہی رہیں، اوپر آ کر گالم گلوچ کر کے بروڈ کا ماحول خراب مت کریں۔ ایک بار پھر آپ سب کو دل کی گہرائیوں سے خوش آمدید۔ برائے مہربانی بروڈ کو لائک اینڈ شیئر کریں تاکہ بروڈ اوپر جا سکے۔ ڈبل ٹیپ جاری رکھیں۔ جی اوور ٹو یو جی گجر بھائی۔ جی بہت شکریہ۔ اچھا آج کے دو جو مین واقعات ہیں، ایک کام سے پہلے ہم جو ہے نا آنے سے گفتگو کر رہے تھے، ایک تو جو ہے وہ شیخ پورہ میں آج ووٹ مانگنے گئے جوید لطیف صاحب، تو ان کی اچھی خاصی جو ہے نا آج دھلائی ہوئی ہے، ایون کہ پھر ان کو نا لوگ کھینچ رہے تھے پکڑ پکڑ کے، تو انہوں کے جو باڈی گارڈز ان کو فائرنگ کرنا پڑی۔ اس نے پہلے لوگوں کو گالیاں نکالی، لوگوں سے گالیاں نکالی، تو اس نے گالیاں نکالی واپسی، تو لوگوں نے ان کو جو ہے وہ باقاعدے سے عزت افزائی کری ہے اس کی۔ تو دوسرا واقعہ یہ ہوا ہے کہ آج عدالت نے جو ہے نا یہ جس کی وجہ سے یہ حکمران صاحب نے یہ کیا ہے کہ کینسر پیشنٹس کے جو لیے جو ایک چندہ اکٹھا کرنے کا ایونٹ تھا، اس کے اوپر پابندی لگا دی ہے۔ پاکستان کے اندر جہاں آلریڈی جو ہے ہزاروں سینکڑوں جو ہے وہ کینسر پیشنٹ جن کو علاج معالجے کی صورت نہیں ہے، اس کے لیے صرف ایک ہی در ہے اور وہ شوکت خانم کا ہے۔ اللہ نہ کرے کسی آپ کو جاننے والا عزیز یا کوئی گھر کا فرد جو ہے وہ کینسر میں مبتلا ہو۔ میری کزن سسٹر تھی، اس کو کینسر ہوا تھا، تو ہم اس پین سے گزرے ہوئے ہیں، تو ہم جانتے ہیں کہ کیسے جو ہے نا یہ کتنا ایک تکلیف دہ مرض ہے، اور پاکستان کے اندر سوائے شوکت خانم کے کسی جگہ پہ بھی اس کا علاج ممکن نہیں ہے۔ تو مجھے نہیں سمجھ آتی کہ ان لوگوں کے اندر کوئی تھوڑی بہت انسانیت بچی ہے یا بالکل ہی ختم ہو چکی ہوئی ہے۔ مریضوں سے کون نفرت کر سکتا ہے؟ جو ہے اگر آپ نے کریں، انسانوں سے نفرت کریں، جو ایک مریض ہے اس کو تو جنگ کے اندر بھی منع کیا کہ عورتوں، بچوں اور مریضوں کے اوپر جو ہے نا آپ نے ظلم نہیں کرنا، لیکن یہاں تو یہ عورتوں کو بخش رہے ہیں، نہ لوگوں کی ماں بہنوں کو بخش رہے ہیں، نہ بزرگوں کو بخش رہے ہیں، نہ بچوں کو بخش رہے ہیں۔ عباد فاروق کا بچہ انہوں نے وہ شہید کر دیا، اس کی وجہ سے وہ سائیکولوجیکلی امپیکٹ کی وجہ سے وہ بیچارہ جان دے بیٹھا۔ اب یہ مریضوں کی طرف آ گئے ہیں، تو یہ یزید بھی شاید اتنا میرا خیال ہے ظلم کا جہاں نہیں ہوا ہوگا۔ یزید نے بھی جو ہے نا بہت مظالم کیا، لیکن وہ I don't know، اللہ تعالیٰ جو ہے نا وہ بہتر جانتا ہے، لیکن یہ جو ہے لوگ ان کی یزیدیت جو ہے نا وہ ایک نیکسٹ لیول کے اوپر پہنچ گئی کہ اب یہ دشمنی جو ہے وہ مریضوں سے کر رہے ہیں کہ لیکن آپ لوگ سب لوگوں سے گزارش ہے کہ آپ جو ہے نا شوکت خانم کو بھی اگر کوئی ڈونیٹ کر سکتے ہیں تو اپنی ذاتی کیپیسٹی میں ضرور کریں، کیونکہ میں خود وہاں گیا ہوا ہوں، اور بہت مطلب جو اگر آپ میں نہیں چاہتا کہ کسی کا جو ہے نا وہ گھر والا جو ہے نا وہ اس مرض کے اندر پڑے، کیونکہ یہ بہت ایک جو کینسر ہے نا ایک بہت ہی پینفل، بہت زیادہ پینفل ایک بیماری ہے۔ تو میں وہاں گیا ہوں، شوکت خانم جو ہے نا وہ ون آف دا بیسٹ رن ہاسپٹل ہے پاکستان کے اندر، اور میری تو جو سسٹر تھی وہ انفارچونیٹلی جانور نہیں ہو سکی تھی، ان کو کینسر کی وجہ سے ان کی ڈیتھ ہو گئی تھی، کیونکہ ان کو اسٹیج 3 کا کینسر تھا، لیکن اس کے باوجود جو ہے نا وہ میڈیسن ملتی رہی۔ لیکن بہت ساری جگہ ہم نے دیکھا بہت سارے مریض ایسے تھے جن کو جو ہے نا وہاں سے زندگی ملی، یا ایٹ لیسٹ ان کی زندگی پرولونگڈ ہوئی، ان کی مطلب زندگی میں اندر اضافہ ہوا۔ تو بہت میرے پاس تو الفاظ نہیں کہ میں اس کو کس طرح کنڈیم کر سکوں کہ آپ مطلب نا کیسے جو ہے وہ ایک بیمار آدمی کے، آپ کو پتہ ہے کہ گھر میں ایک انسان بیمار ہوتا ہے تو اس کے ساتھ کتنے لوگ جو ہے وہ ساتھ اس کے مر رہے ہوتے ہیں،
وہ اکیلا اس تکلیف کے اندر سے نہیں گزر رہا ہوتا، پورا خاندان اس تکلیف سے گزر رہا ہوتا ہے، اور آپ جو ہے نا وہ چاہ رہے کہ لوگوں کے اندر مزید آپ کے خلاف نفرت پیدا ہو، تو ٹھیک ہے، آپ ایسے کام کرتے رہیں، آپ لوگوں سے اپنی جو نفرت ہے اس کا اظہار کرتے رہیں، پھر لوگ آپ سے نفرت انٹرن کرتے رہیں گے، لیکن یہ کوئی انسانیت نہیں ہے، انسانیت نام کی کوئی چیز نہیں ہے کہ آپ کیسے ایک کینسر ہاسپٹل یا ایک ایسے جو ہے نا خیراتی مطلب جو لوگوں کو شفا دیتا ہے اس سے کیسے آپ کر سکتے ہیں؟ میری تو سمجھ سے باہر ہے یہ مطلب I don't have words to condemn this. تو خدا را جو ہے کچھ اتھارٹیز کو جو ہے نا وہ حیا کریں. مجھے تو ابھی I feel ashamed to be call myself Pakistani, to be honest. It's very shameful. Over to ظفر بھائی، ان کے پاس جاتے ہیں، وہی اس کو آگے لے کر چلیں گے انشاءاللہ. السلام علیکم ظفر بھائی. وبرکاتہ. میں نے کہا کہ ابھی پروگرام سے فارغ ہوئے ہیں تو اسی پوزیشن میں آپ کے ساتھ جوائن کیا جائے. نظر بھائی بھی آ رہے ہوں گے، ان کو بھی پک کر لیجیے گا. بہت شکریہ اپرچونٹی دینے کے لیے. صاحب آپ کو دل کیا تھا ابراہیم سے سلام. ایک بات میرا خیال ہے جانے سے پہلے بات کر رہے ہیں شوکت خانم کے متعلق. جو NOC جو ہے وہ اس کو کینسل کیا گیا، بہت بڑا ظلم ہے. وہاں پہ ہزاروں لوگ جو ہیں وہ اپنا علاج مفت میں کرواتے ہیں، جو ایک عوام کے ساتھ زیادتی ہے. لیکن اس کے ساتھ ساتھ جو ہمارے چیف آف آرمی سٹاف نے کہا ہے کہ ہر قسم کی مافیا کی قوم کے ساتھ مل کر سرکوبی کریں گے. صحیح ہے، وہ کیونکہ میرے سامنے خبر کھلی ہے تو میں وہ بھی پڑھ رہا ہوں. چیف آف آرمی سٹاف جنرل سید اسم منیر نے کہا ہے کہ ہر قسم کے مافیا کی قوم کے ساتھ مل کر سرکوبی کریں گے. سوشل میڈیا، آپ لوگ سوشل میڈیا پر ہجان، مایوسی اور افراتفری کا ماحول پیدا کیا جا رہا ہے. جھوٹی خبروں کے ذریعے تاثر دیا جا رہا ہے کہ ریاست کا وجود موجود نہیں. تو اس پہ میرا خیال ہے تھوڑی سی ڈبیٹ ہو جائے. اسی کے ساتھ میں تھوڑا سا سوال کو اگر وسیع کرنا چاہوں تو، کیونکہ آج کے موضوع پہ جو ہماری پورے پروگرام کا جو وہ کنڈکٹ تھا جو ہم نے کیا وہ یہ تھا کہ ورلڈ بینک کے مطابق پاکستان کا معاشی ماڈل نکارا ہو چکا ہے. معاشیت اگر نکارا ہو چکی ہے تو یہ ہجان ہم پیدا کر رہے ہیں سوشل میڈیا پہ بیٹھ کے، یا کہ یہ ملک کے اندر ہجان پیدا ہو چکا ہے. اس کے علاوہ عوام سے ریاست اور ریاست کا وجود آئین پر ہے، اور یہ آئین کون توڑ رہا ہے؟ یہ ہجان ہم پیدا کر رہے ہیں سوشل میڈیا والے، یا کہ وہ خود پیدا کر رہے ہیں؟ جی گجر بھائی، اوور ٹو یو سر. اپنے بعد روٹیٹ کریں، میں آپ لوگوں کے ساتھ ہوں تو انشاءاللہ ساتھ ساتھ سوالات کرتا جاؤں گا. جزاک اللہ. جی بہت شکریہ. میں چاہ رہا تھا کہ کیونکہ صابر بھائی جو ہے ایک مرتبہ جو شوکت خانم کے ساتھ کر رہے ہیں اس کو کنڈیم کر لے، اس کے بعد میں آپ کے سوال کا جواب دیتا ہوں، تاکہ جو ہے نا یہ ایک جو ہے نا انسانوں سے دشمنی تو ٹھیک ہے، یہ قوم ہم سے دشمنی کرتی ہے، لیکن مریضوں سے کیا دشمنی ان کی؟ تو وہ میرا خیال ہے ہم سب کو کنڈیم کرنا چاہیے. تو اچھا نظر بھائی میرے خیال میں نہیں ہے، ماشاءاللہ ظفر بھائی بیدار بھی ہو گیا. اٹھا نہیں رہے. کیا بات ہے میرے جی سوری، مجھے یہ تھا کہ آپ لوگوں نے اس پہ یہ کویسچن کنکلوڈ کر لیا تو اس لیے میں نے نیکسٹ کویسچن داغ دیے. تو یہ بہت ہی ضروری کویسچن ہے، اس پہ ضرور روٹیٹ کریں. اور شوکت خانم کا جو NOC بلاک کیا گیا، معطل کیا گیا، اس پہ تو ضرور جو ہے وہ بات ہونی چاہیے. جزاکم اللہ خیر میری نوٹس میں دوبارہ لانے کے لیے. اوور ٹو یو سر. میں اپنا اظہار خیال کر چکا ہوں، مذمت بھی کرتا ہوں، اور یہ سمجھتا ہوں کہ میں ان ڈونر میں سے ہوں جو ڈونر شوکت خانم کو اس PTI سے پہلے جو ہے وہ ڈونیٹ کرتے تھے، اور میں سمجھتا ہوں کہ یہ ہماری بھی جو ڈونر ہے ان کی بھی حق تلفی ہے. جی اوور ٹو گجر بھائی. جی بہت شکریہ. میں ایک وہ میں نے پہلے بھی بتایا، میں دوبارہ اس کو ریپیٹ کرتا ہوں. میری کزن سسٹر تھی جو کینسر پیشنٹ تھی، تو ہم ایز اے فیملی اس پین سے گزرے ہوئے ہیں، اور ہم جو ہے شوکت خانم سے علاج کرواتے رہے ہیں. ہمیں پتہ ہے کہ وہ کیسا ہاسپٹل ہے اور وہ وہاں لوگوں کے ساتھ کیا جو ہوتا ہے. اگر میں عمران خان کا سب سے جو مخالف ہی ہوں نا، مطلب جو لوگ میں نے وہ دیکھیں جو عمران خان سے نفرت کرتے ہیں نا، مطلب ان کی ماشاءاللہ اچھی داڑیاں ہوتی ہیں، مطلب نا وہ عمران خان کہتے تھے کہ یار یہ عیاش ہے، یہ زنا، یہ فلانا ہے، ٹمکانا ہے، تو وہ کہتے تھے. لیکن شوکت خانم کو چندہ وہ باقاعدگی سے دیتے تھے. وہ لوگ جو چندہ دیتے ہیں کیونکہ ان پتا ہے کہ شوکت خانم کے اندر جو ہے یہ ایک واحد ادارہ ہے جس کا پاکستان کے اندر ایک پورا کہ یہ جو ہے نا اس کے اوپر کوئی جو ہے نا وہ، تو یہ ایک جو بے حسی اور ظلم کی انتہا ہم یہاں تک پہنچ کے ایز اے من حاصل قوم کے ہم جو ہے نا
ایک واحد کا جو کینسر ہاسپٹل ہے پاکستان کے اندر، اس کے اوپر آپ چندہ اس کو بینکرپٹ کرنا چاہتے ہیں. آپ کی سوچ کیا ہے؟ مطلب آپ ہم بیسیکلی یہ بات سیدھی ہے کہ وہ ہم سے نفرت کرتے ہیں، عوام سے نفرت کرتے ہیں، کیونکہ اگر شریف فیملی نے اگر ان کو مسئلہ ہے تو انہوں نے تو پاکستان کے اندر علاج ہی نہیں کروانا نا. یا ڈی ایچ اے والوں کو مسئلہ ہے، انہوں نے تو فلائٹ پکڑنی اور باہر چلے جانا ہے. تو شوکت خانم تو ہمارے لیے ہے نا، غریبوں کے لیے. تو یہ ہم سے اتنی نفرت کرتے ہیں کہ یہ اس طرح بدلہ لیں گے ہمیں. جی فہیم بھائی، اوور ٹو یو. فہیم بھائی اویلیبل ہیں؟ جی جی میں بالکل اویلیبل ہوں. میں تے آج ظفر بھائی بڑے سمارٹ نظر آ رہے ہیں. دو ایک نظر بھائی ایک ظفر بھائی اج پائی دو بھی مقابلے چ بیٹھے. ٹھیک ہے. اچھا میں جدو بھی اج مقابلہ ہوئے گا. انہوں نے کہا جی انہوں نے کہا ٹھیک ہے میں چٹا سوٹ پا لاں گا تو کالا پا لیں. میں ٹھیک ہے. ارے ٹھیک ہے زبردست. نہیں میں جدو بھی نارملی براڈ تے آ کے بیٹھنا نا تے میں جناب ٹی شرٹ پا کے تے شارٹ پا کے تے بستری چ وڑ جانا. ہوں مینو یہ پوچھے کام نہیں ہو سکتے تاری طرح ڈریس اپ کر کے نہیں بہ سکتا. سب کرا دینا ہے. سارے جڑے بیٹھے نا عابد صاحب بھی اتنے بیٹھے نے، تھلے گجر بیٹھا، واجد صاحب بیٹھے نے، یہ سب سویرے تو ٹائیاں کو بیٹھا کرنگے. اچھا ساڈا انہاں نے یہ لگدا پیا کہ اسی ٹینشن ہو کے بیٹھے ہاں، اسی ہن پروگرام ختم کر کے باہر نکلے ہاں پروگرام تو. اسی اس واسطے اس طرح بیٹھے، ورنہ اسی بھی انجے ہی بیٹھے ہوندے ہیں. فہیم بھائی نہیں مینو اتنا پتا ہے کہ ماشاء اللہ تسی زبردست پروگرام کر رہے ہو. اج میری کوشش بھی ہوئے گی کہ وہ چودھری صاحب نے جڑی گل ہوئی سی نا جڑے سیالکوٹ والے، کیونکہ انہوں کو یہو جی انفارمیشن بہت ساری ہوندی ہے تے میں وچوں نکل کے جاواں گا تے انہاں نال بھی رابطہ کراں گا. باقی تانوں پتہ ہے کہ میں ٹردا پھردا اج شہری بھائی نو دیکھ کے آیا، موجود سن بڑے عرصے بعد، تو اج گئے نہیں. سو دیٹس اے گڈ نیوز. اچھا جی کمنگ بیک ٹو دی سبجیکٹ، میری ابھی تھوڑی دیر پہلے ایک بندے سے ملاقات ہوئی اور اس نے سیکنڈ دفعہ کہا ہے، کیونکہ اس کا جو ہم زلف ہے وہ بڑی ہی ہائی پوسٹ میں لگا ہوا ہے پاکستان میں، تو اس نے یہ کہا ہے کہ یہ لوگ اتنے اندر سے تپے ہوئے ہیں ان کے خلاف کہ ان کو سمجھ نہیں آ رہی کہ ان کی ساری عزت بےزتی انہوں نے اتار دی. اور وہ یہ کہتا ہے کہ جب ہماری میٹنگ ہوتی ہے باجوے سے جانے سے پہلے، باجوے کو سارے شاؤٹ کر رہے تھے جب وہ جا رہا تھا، ٹھیک ہے. اور اس کے بعد جب سے آصف منیر آیا ہے تو فوج میں ایک ریزنٹمنٹ ہے کہ اس بندے کو تو عقل بھی کوئی نہیں ہے. یہ صحیح معنوں میں دولے شاہ کا چوہا بنا ہوا ہے. سو اس نے جو مجھے خبریں سنائی اس میں اس نے کہا کہ فوج کے اندر تو بہت زیادہ ریزنٹمنٹ ہے ان کے خلاف. فہیم بھائی معذرت کے ساتھ کویسچن جو ہے نا، سب سے پہلے سب آپ سارا دن بات کریے گا. میں چاہتا ہوں کہ میں زیرو ڈن ہوں شوکت خانم کے اوپر پہلے اس کو کر لیں، کیونکہ وہ جو ہے نا وہ میرے دل کے بہت قریب ہے. تو میں کیونکہ اس پین سے گزرا ہوں تو معذرت کے ساتھ میں چاہتا ہوں کہ پہلے اس کو آپ ضرور کریں، کہ سر وہ بہت ضروری ہے، وہ جو ہاسپٹل ہے وہ بہت ضروری ہے. جی جی بالکل. کیا ہوا اس کو؟ شوکت خان کی کیا سٹوری؟ سوری مس کر گیا، وہ امپورٹنٹ ہے. بالکل بالکل بتا دیں گجر سوری، ڈیٹیل سننے دیں ذرا. وہ سوال موجود تھا، میں بھی مس کر گیا. وہ شوکت خانم آج کا سوال لکھا ہوا تھا، وہ انفارچونیٹلی میں بھی مس کر گیا. وہ ضروری تھا، بڑا سوال. شوکت خانم کی جو ڈونر ہے، جو وہ چندہ اکٹھا کرتے ہیں، اس کا این او سی جو ہے وہ معطل کر دیا گیا ہے. جب اس کے پاس پیسے ہی نہیں ہوگا تو وہ چلے گا کیسے؟ یہ تھا. اچھا جو میرے پاس خبر ہے اسے کنفرم کیجیے گا کہ مجھے نہیں پتا، میں نے سنی ہے کہ کراچی والے شوکت خانم کا این او سی کلیئر، مطلب اس کا بند کیا، باقی کو کھلا ہوا ہے. اسے تھوڑا سا ڈبل کنفرم کر دیجیے گا. سر ان کا لیول اتنا گر گیا ہے کہ یہ فلاحی اداروں کے لیے بھی رستے روک رہے ہیں. تو
क्या कहूँ, कोई शर्म होती है, कोई हया होती वाली बात ही होगी ना, पीछे रह क्या गया। इन लोगों ने तो कसम खाई हुई है कि इन्होंने कोई भी नेकी का काम तो मुश्किल से नहीं करना, इनकी ये हालत है। तो बिल्कुल सही कह रहे हैं आप, ऐसे ही। ओवर टू यू जफर भाई और गुजर भाई, whoever। जी नजर आपको बताऊं, ये जो अगर उन्होंने ये हरकत की है तो ये इससे बड़ी गलाजत कोई हो नहीं सकती। जितनी गलाजतें इन्होंने आज तक की हैं ना, अभी तक जितनी भी इन्होंने गलाजतें और कमीनियाँ की हैं इमरान खान की ज़ात के ऊपर की हैं, इन्होंने कोई गलाजत ऐसी पाकिस्तान के ऊपर जो की है ना, वो भी उन्होंने बेशुमार की हैं। लेकिन इस लेवल की कमीनगी कि यानी आपको अंदाज़ा करें कि अगर वहाँ पे अगर 100 पेशेंट भी पड़े हुए तो आपने उनकी जो है वो ऑक्सीजन लाइन के ऊपर हमला किया, या यूं कह रहे कि ऑक्सीजन लाइन काटने की कोशिश कर रहे हैं आप। इसका जितना भी मजम्मत करें, जितना भी इसको गालियां दें, फिर ये कहते हैं जी हमें गालियां ना दिया करें ब्रॉडों पे, तो इस पे तो माँ बहनों की गालियां निकलती हैं, बददुआएं निकलती हैं। ये बहुत ही डिस्कस्टिंग ये एक्ट है। इसको जितना भी इसको कहा जाए ना, इसका कंडेम किया जाए उतना कम है। क्योंकि शौकत खानम हॉस्पिटल से इमरान खान इलाज नहीं करवा रहा या इमरान खान के बच्चे फायदे नहीं उठा रहे, वो पाकिस्तान फायदा उठा रहा है। और फिर एक, फिर दूसरा, फिर तीसरा, और बल्कि तीसरे की स्टोरी ये है कि तीसरे के पीछे हमारी इस्टेब्लिशमेंट इन्वॉल्व थी कि यहाँ पे ये बनेगा, उसमें DHA वगैरह इन्वॉल्व थे, उसमें ये तमाम बड़े लोग इन्वॉल्व थे। और ये अब किस लफ्ज़ नहीं है यार, ये कमेडी की इंतहा है। गरीब आदमी, मासूम आदमी के साथ जुल्म है कि उसके आप इस अस्पताल के साथ तो ना बहुत ज्यादती है, बहुत ज्यादती है। जी अस्सलाम वालेकुम। वालेकुम सलाम जी बाबा जी। जी तमाम भाई मेरे लिए नए हैं, मेरा किसी से तारुफ नहीं है, लेकिन माशाल्लाह मैं आज़ाद कश्मीर से हूँ जी। और मैं भी इस चीज़ की शिद्दत से और बड़ी सख्ती से मजम्मत करता हूँ जो इन्होंने यह वतीरा अपनाया हुआ है। वो एक फलाई अदारा है, उसका कोई तल्लक सियासत से नहीं है, और वो खिदमत खल्क के लिए खसूसन बनाया गया है। तो उसको भी ये एक किस्म का सियासत में घसीट के ला के और दुखी और गरीब आवाम को जो तकलीफ़ दे रहे हैं। तो मेरी तरफ से भी शदीद मजम्मत है इसके लिए, और हम सब को इसके ख़िलाफ़ आवाज़ उठानी चाहिए, चाहे नेशनल फोरम पे चाहे इंटरनेशनल फोरम पे। आप सब लोग माशाल्लाह तजर्बाकार भी हैं और सियासत में भी माशाल्लाह काफ़ी शुद्ध बुद्ध रखते हैं। तो मैं तो अभी इस फील्ड में नया हूँ, तो मेरी आप सब से गुजारिश है कि आप कोई ऐसा पटिशन या कोई इस तरह की कोई तहरीक चलाएं जो यहाँ बैरून मुल्क बैठ के एज ए ओवरसीज़, ताकि इनके जो है ना वो मज़मूम जो हरकत हैं इनकी, उनको रोका जा सके। ओवर टू यू जी। जी बहुत शुक्रिया, जज़ाकल्लाह जी। उसके ऊपर हम काउंटर के ऊपर तो ऑब्वियसली कुछ करेंगे, हम कुछ ना कुछ करेंगे, लेकिन इट्स वेरी शेमफुल। इसके मुकाबले के अंदर शरीफ फैमिली का एक अस्पताल है लाहौर के अंदर, और मैं लाहौर का रैश हूँ, मैंने वहाँ से इलाज भी करवाया, इत्तफाक हॉस्पिटल। बिल्कुल एक कमर्शियल उसका एक मॉडल है, वो कमर्शियल मॉडल के ऊपर चलता है, वो पैसे कमाता है, लाहौर का महंगे तरीन अस्पताल के अंदर उनका उसको शुमार है। उसके बावजूद शरीफ फैमिली वहाँ से इलाज करवाना पसंद नहीं करती, वो बाहर जाता है। इमरान खान कंटेनर से गिरा तो उसने शौकत खानम के अंदर इलाज करवाया, वो जहाँ से भी उसको गोली लगी उसने शौकत खानम से इलाज करवाया। वो अब तो पाकिस्तान से भागता नहीं है, तो उसने जो बनाया है वो एक फलाई रियासत फलाई इदारा है। उसके बाद वहाँ पे वो बिल भी पे करता है, सब कुछ करता है। मुझे नहीं समझ आ रही कि अगर कोई एक बंदा भी जो है ना वो उसकी ज़िंदगी बचाई जा सकती थी शौकत खानम के अंदर, और आपने उसको ये NOC रोक कर एक बंदे की ज़िंदगी भी आपकी वजह से जाती है, तो उसका कत्ल जो है इस जो है ना अतर मिनल्ला का होगा। ये वही बंदा है जिसकी रिश्तेदारी है नून लीगियों के साथ, मतलब ये इसकी बेटी जो है और नून लीगी MPA के घर जो है ना उसकी शादी हुई है, तो इसकी रिश्तेदारी है वहाँ पे। और इसको इस्लामाबाद हाई कोर्ट के अंदर जो है वो नून लीग ने अपॉइंट किया था मियां नवाज शरीफ के दौर के अंदर। और ये तब से जो है ना इसकी अगर आप कंसिस्टेंसी इसके फैसले भी देखते आ रहे तो आपको नज़र आएगा कि सेम हर फैसले के अंदर जो है ना इमरान खान के फैसलों के अंदर भी इसने नवाज शरीफ का जिक्र किया है। तो ये हर चीज़ को घुमा फिरा कर वहीं दे जाता है अपनी रिश्तेदारियों की तरफ। तो अगर ऐसे ही चलता रहेगा तो पाकिस्तान का कोई मुस्तकबल नहीं है जो है ना वो मुझे नज़र नहीं आ रहा। जी अब हमदान पाई, उसके बाद मैं मलिक साहब के पास जाता हूँ और फिर मैं ओवर टू जफर भाई देता हूँ ताकि वो जो है ना वो अपना बाकायदा गुफ्तगू आगाज़ कर सकें। अस्सलाम वालेकुम जी। किसी ने बोलना है?
میں دیتا ہوں آپ کو, آپ بول لیں, مسئلہ نہیں, میں پھر بولتا ہوں سر بعد میں. نہیں بات آپ نہیں, کسی نے بات نہیں کرنی تھی. میں نے سمجھا تھا آپ ڈنر کر رہے تھے, اس لیے بتا. جی میں نے تو کھا لیا تھا. وہ ایسی گفتگو ایسی تھی کہ مجھے آپ کو پتا ہے پھر کھانا مشکل سے ٹھیک ہے کھایا ٹھیک ہے ٹھیک جاتا. ہے. بسم اللہ بسم اللہ بسم اللہ. سر ہم نے یہ دیکھا اسرائیل نے فلسطینی ہمارے بچوں کے ساتھ کیا کیا, اور ہاسپٹلز میں جب ان کا علاج و معالجہ ہو رہا تھا تو وہاں پہ بمباری کر کے ان کو وہاں پہ بھی شہید کر دیا گیا. یہی ہو رہا ہے ہمارے پاکستان میں. اب آج تو یہ ایک نوٹیفیکیشن نظر بھائی, نوٹیفیکیشن جاری ہوا ہے اس چیز کا, این او سی جو ہے وہ کینسل کرنے کا سر. ٹھیک ہے, ہمارے پاکستان میں یہی ہو رہا ہے کہ عوام, پاکستانی عوام کان کھول کے سنو میری بات. اگر آپ لوگ سن رہے ہو, باشعور ہو, آپ لوگ سن رہے ہو, تو آپ لوگ ٹیکس دو, ان کو پالو, ان کی اولادوں, ان کی نسلوں, ان کے کتوں کو بھی پالو آپ لوگ, جن کے بسکٹس بھی بیرون ممالک سے آئے. ایک ٹھیک سیکنڈ ہے, ہم ان کو بھی پالو آپ لوگ. جی ایک سیکنڈ دیں مجھے ذرا, ایک سیکنڈ دیں ذرا. جی سر. جی اب کریں جی بات, آپ سٹارٹ کریں دوبارہ سے, کیا بات کر رہے ہیں. جی سر, میں یہ کہہ رہا تھا کہ جیسے کہ ہم نے دیکھا کہ اسرائیل جو ہے فلسطینی بچوں کو مارنے کے بعد, زخمی کرنے کے بعد, جب ان کو ہاسپٹل میں علاج و معالجے کے لیے رکھا جاتا ہے, وہاں پہ ان کی کیمپنگ کی جاتی ہے, ہاسپٹل میں ان کو سہارا دیا جاتا ہے, وہاں پہ یہ بومبنگ کرتے ہیں, ان کو مار دیتے ہیں کہ بھائی تم لوگ کیڑے مکوڑے ہو, تم لوگوں کو جینے کا کوئی حق نہیں ہے. وہی چیز یہ لوگ یہ پاکستان میں چھپے یہودی ہماری غریب عوام کے ساتھ کر رہے ہیں. سر آپ یہ دیکھیں, ایک وہ پاکستانی عوام کو میں مخاطب کر کے کہنا چاہتا ہوں, غریب ہو چاہے امیر ہو, جو بھی ہو, پاکستانی ہو, کان کھول کر سنو یہ بات. آپ لوگ اپنے ٹیکس کے پیسوں سے ان کو پالتے ہو, آپ لوگ اپنے ٹیکس کے پیسوں سے. نظر بھائی آپ میوٹ لگا لیں, آپ کی وجہ سے نا ایکو آ رہی بہت زیادہ, ہمیں سنائی نہیں دے رہا کچھ بھی. آپ لوگ اپنے ٹیکس کے پیسوں سے ان کو پالتے ہو, ان کی اولادوں, ان کی نسلوں کو پالتے ہو, یہاں تک کہ ان کے گھر میں پالتو کتے جانور, ان کا بھی خرچہ آپ لوگ اٹھاتے ہو, ان کی عیاشیوں کے پیسے آپ لوگ دیتے ہو اپنی ٹیکس کی مد میں. یہ جو کور کمانڈر ہاؤس میں بڑے بڑے کور کمانڈر ہاؤس میں راتوں کو مجرے ہوتے ہیں, شراب نوشی ہوتی ہے, یہ جو ججز جا کے باہر عیاشیاں مارتے ہیں, جو ان کے بعد میں ویڈیوز کے اوپر وہ لوگ بلیک میل ہوتے ہیں, یہ آپ کے ہی پیسوں سے یہ لوگ پلتے ہیں, آپ کے ہی پیسوں سے یہ لوگ عیاشیاں مارتے ہیں. اور آپ وہی عوام, اس کا حق نہیں ہے کہ اس کو اپنے ہی ملک میں, جس ملک کی معیشت کا پہیہ وہ لوگ چلا رہے ہیں, وہ ایک ان کو علاج میسر ہو سکے, اعلیٰ طرح کا ان کو علاج میسر ہو سکے. جب آپ کو وہ ایک 10 لاکھ روپے کے ہیلتھ کارڈ دینے والا, جب آپ کو ہیلتھ کارڈ دیتا ہے, اور آپ کا بہترین سے بہترین ملک کے ہاسپٹلز میں آپ کے بچوں کا مفت میں علاج ہوتا ہے, وہ بھی ان کو راس نہیں آتا, وہ بھی ان کو کھٹکتا ہے. اور ایک ماں ایک دن ہاسپٹل کے باہر خان صاحب کی حکومت جانے کے بعد پچھلے جو 16 مہینے میں جو ایک امپورٹنٹ حکومت آئی تھی, اس دور میں پارکنگ میں اپنے بچے کو اپنی گود میں لیے صرف اس چیز کا انتظار کر رہی ہوتی ہے, اپنے منہ پہ کپڑا دے کے اس کی طرف دیکھ نہیں ہوتی ہے, اس کا بیٹا اپنی آخری سانس لے رہے ہوتے ہیں اس ماں کی گود میں. اس کے پاس نہ علاج کے پیسے ہوتے ہیں, اس کو ہاسپٹل سے نکال دیا جاتا ہے کیونکہ اس کے پاس نہ تو پیسہ تھا, نہ تو اس کے پاس ایمبولینس کا خرچہ تھا کہ وہ اس کو لے کر کہیں اور لے کر چلی جائے. وہ اس پارکنگ لاٹ میں بیٹھ کے اپنے بیٹے کی, تڑپتے ہوئے بیٹے کی آخری سانس کا انتظار کر رہی تھی. وہ منظر میں نہیں بھولتا پاکستانیوں, اور نہ میں ان کو بھولنے دوں گا. قسم خدا کی, جس دن میرے ہاتھ میں کچھ ایسا آیا کہ میرے ہاتھ میں اللہ تعالیٰ نے اختیار دیا, میں ایک ایک ظلم کا اس قوم پہ, اس عوام پہ, اس غریب پہ, اس صحافیوں پہ, جن پر ان لوگوں نے ظلم و بربر کیا ہے, میں ان سے اس کا بدلہ ضرور لوں گا,
उसका बदला मैं जरूर लूंगा। ओवर टू यू सर। जज़ाकल्ला अमदान भाई, मेरा ख्याल है आपने मेरे जज्बात की तो बड़ी ज़बरदस्त तर्जुमानी कर दी है। मेरा ख्याल दूसरे अहबाब का भी यही जो है वो पॉइंट ऑफ व्यू है। ये एक बहुत सैड सिचुएशन है पाकिस्तान के अंदर। हॉस्पिटल के हालात जो हैं वो ऑलरेडी बहुत ख़राब हैं, और अगर एक अच्छा अस्पताल हमारे पास था उसके साथ आप ये सलूक कर रहे हो। जी मलिक एजाज भाई। जी अस्सलाम वालेकुम सब पैनल को। और जो अबू हमदान ने बात की है वो सबके दिल की बात है और सबके अंदर की बात है जो हमें करनी चाहिए, और काफ़ी सारे लोग करते हैं और काफ़ी सारे लोग नहीं करते। मैं तो कहता हूँ अब हर पाकिस्तानी को करना चाहिए। ये जो फाशिस्ट हुकूमत बैठी है ना हमारे सरों पर, ये जो पीडीएम टोला बैठा है ना, ये सबसे बड़ा दुश्मन ही गरीब का है। आप हमारा सेहत कार्ड जो खान साहब ने लॉन्च किया था, बाकायदा उस पर काम किया था, ये उसके भी दुश्मन बन गए थे बुग़्ज़े खान में। ये सिर्फ एक खान साहब को नीचा दिखाने के लिए, उसको मैनेज करने के लिए ये अवाम पे जुल्म कर रहे हैं। और जुल्म से भी अगर कोई बहुत बड़ा लफ्ज़ हो ना तो ये जो फाशिस्ट हुकूमत बैठी है ना, ये वो काम कर रही है। और जब से मैंने सुना, ये मेरे पास ये रिपोर्ट आई कि उन्होंने ये जो चंदा मिलता था इसकी जो एनओसी ख़त्म करने की कोशिश की जाएगी। अभी तो सिर्फ नोटिफिकेशन दिया है। तो इंशाल्लाह मैं उम्मीद करता हूँ जो हमारे वकला टीम है तहरीक इंसाफ की पाकिस्तान की, जो शौकत खान नाम की है, वो ज़रूर इसका जवाब भी देंगे और अदालत में भी जाएंगे। मैं बिल्कुल इसका कंडेम करता हूँ और इसके ख़िलाफ़ आवाज़ बुलंद करता हूँ कि हर पाकिस्तानी को अब निकलना चाहिए। चाहे वो पाकिस्तानी नहीं निकल देना, जिन लोगों ने इलाज कराए हैं, जिनके मुफ्त इलाज हुए हैं, कम से कम उनको निकलना चाहिए और एहतजाज करना चाहिए और एहतजाज रिकॉर्ड कराना चाहिए कि ये वो वक्त नहीं है। आप खान साहब के लिए नहीं निकले, नो प्रॉब्लम, आप रोड पे नहीं आ सकते, नो प्रॉब्लम, लेकिन अब आपको ये एहतजाज ज़रूर रिकॉर्ड करना चाहिए। हर पाकिस्तानी, हर वो पाकिस्तानी जिसने शौकत खान नाम से अपना इलाज कराया हो, मुफ्त में कराया हो। बहुत बहुत शुक्रिया। जी बहुत शुक्रिया। इसके साथ मैं एक चीज़ खबर ज़फ़र भाई आपको देख के जो है ना आपके पास मैं जो है ना हैंड ओवर करता हूँ। जो है ना खुशी की खबर ये है कि हमारे सदर साहब अभी ज़िंदा हैं। सदर आरफ अलवी साहब अभी हयात हैं और 1-1.5 घंटा पहले उनकी एक ट्वीट भी आई है कि उन्होंने जो है ना वो शौकत खानम के लिए आवाज़ उठाई है। तो एटलीस्ट जो है ना हमें इससे जो है ना पता चला कि वो भी हयात हैं और वो मरे नहीं हैं। हालांकि उनकी हरकत और सनकनात से हमें तो पहले यही लग रहा था कि शायद वो वफ़ात पा चुके हुए हैं, लेकिन वो ज़िंदा हैं। ओवर टू ज़फ़र भाई। ज़फ़र भाई म्यूट 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 ज़फ़र भाई म्यूट हैं आप। ज़फ़र भाई म्यूट हैं आप, म्यूट हैं। सॉरी जी, मैं दोबारा जो है वो अपना एहतजाज रिकॉर्ड करवाना चाहूँगा शौकत खानम पर कि एक रफ़ा यामा का अदारा जो है उसको बंद करने की कोशिश की जा रही है, या इजराइल के अंदर बम्बिंग करके जो है वो नुकसान पहुंचाया गया है हॉस्पिटल्स को, या पाकिस्तान के अंदर ऐसी फसीयत के माहौल में ऐसे जालिम हुक्मरान बैठे हैं और ऐसी अदालतें बैठी हैं कि जो उस पर पाबंदी लगाना चाहते हैं, जहाँ पे आम आवाम इलाज करवाती है जो बहुत ही महंगा है। मैं कुछ दिन पहले एक देख रहा था, एक सिर्फ इंजेक्शन है, वो कैंसर के मरीज को लगता है, वो तकरीबन 49,000 रुपी का है, वो एक आम इंसान नहीं लगवा सकता। तो डोनेशन को रोक कर ये चाहते हैं कि आम आवाम को मरने दिया जाए। और दूसरी तरफ हमारा जो वो मैं पहले भी सवाल कर चुका हूँ, उसी पे दोबारा आऊंगा कि हमारा जो चीफ ऑफ आर्मी स्टाफ है वो बैठ के हमें लेक्चर देता है कि हम आवाम के साथ मिलकर माफिया की सरकूबी करेंगे, और सोशल मीडिया एक्टिविस्ट जो है जो सोशल मीडिया पे बैठ के बात करते हैं वो हजान मायूसी और अफरा तफरी की जो है सिचुएशन पैदा करते हैं, और वो ये शो करते हैं कि जैसे रियासत का अपना वजूद कायम नहीं है। तो उनके लिए है कि जहाँ पे ये जुल्म सितम हो रहा है आम आवाम पे, जहाँ पे ये हॉस्पिटल पे एक वार किया गया है सिर्फ इसलिए कि वो खान साहब ने वो रफाई अदारा तैयार किया है, वहां पे आज अद्वियात में 500% तक इजाफा कर दिया गया है। और माशी तौर पर जो आपकी महंगाई है उसमें इजाफा हो चुका है, और उसमें आप अभी 43.25 के साथ बुलंद तरीन सतह पे है। सिर्फ ये नहीं कि आप एशिया में, अफ्रीका में भी ये महंगाई नहीं है अभी।
تو میں یہ چاہوں گا کہ اس سوال کو لے کے چلیں، اوپر سے شروعات کریں گے انشاءاللہ فہیم بھائی سے، کہ ایک طرف ہمیں چیف آف آرمی سٹاف بیٹھ کے جو ہے وہ لیکچر دیتا ہے، دوسری طرف ایک رفاع عامہ کا ادارہ ہے، اس پہ پابندی لگ رہی ہے، اور تیسری جو کوشچن پیدا ہوتا ہے کہ کیا سوشل میڈیا ایکٹیوسٹ اتنے ہی ان کے نظروں میں چھپ رہے ہیں؟ جی اوور ٹو فہیم بھائی۔ میری آواز آ رہی؟ جی آ رہی ہے جی بالکل آ رہی ہے آپ کو. میں نے ہیڈ فون لگایا تھا تو اس کی وجہ سے ٹھیک ہے. اچھا سر، عجیب سی سچویشن ہے کہ جب بندہ گرتا ہے نا تو اتنا گر جائے. یہ ان کو حافظ صاحب کہتے ہیں، اور حافظ صاحب کے والد صاحب ماسٹر سے میں نے اکثر لوگوں کو سنا ہے. تو مجھے کبھی بھی یہ نہیں لگتا تھا کہ لوگ اس لیول تک گر جائیں. سو بس ان کو فیل کرنے کا ان کی خواہش ہے اور گرے ہوئے ہیں، اور سوشل میڈیا کی ان کو تکلیف ہے کہ سوشل میڈیا ان کو ننگا کر کے رکھتا ہے. یہی وجہ نا، اور کیا وجہ ہے؟ کیا سوشل میڈیا کوئی ایسی بات کرتا ہے؟ تو اصل میں مجھے لگتا ہے کہ انہوں نے پاکستان کے سارے ہی چینلز تو کمپرومائز کر لیے. ویسٹ کا بھی کوئی اتنا خان صاحب کے ساتھ انٹرسٹ نہیں ہے، تو پھر ہم لوگ ہی رہ گئے ہیں جو ان کی ناک میں دم کیا ہوا ہے. بلکہ ان کو سمجھ نہیں آ رہی کہ ہم لوگوں کو کیسے مینیج کریں. تو اوبویسلی لیکن یہ ہے کہ کیا کہتے ہیں پتہ نہیں. اب کہتے ہیں شیطان کی رسی کیوں دراز ہوتی ہے. اس کا جواب تو مجھے چاہیے کسی سے کہ جو دینی پوائنٹ آف ویو وہ کیا ہے، کہ کیا ظلم کرنے والے، اس طرح کی حرکتیں کرنے والے، ان کی رسی کیوں دراز ہوتی ہے. تھوڑا سا اس کے اوپر بھی بات کیجیے گا. لیکن بہرحال میرے خیال میں چیف آف آرمی سٹاف اگر اس کے کہنے پہ ہوا ہے تو یہ بہت ظلم ہے، اور اگر کسی اور نے کیا اور چیف آف آرمی سٹاف اس کا نوٹس نہیں لے رہا تو یہ بہت بڑا مجرم بنتا ہے. جی ظفر بھائی، تھینک یو. میں وہ ہمدان بھائی کی طرف جاؤں گا. وہ ہمدان بھائی جو وہ کہتا ہے کہ ہیجان کی کافیت اور مایوسی، افراتفری کیسے پیدا نہ ہو کہ پاکستان کی معیشت جو ہے وہ ڈوب رہی ہے. ورلڈ بینک کے مطابق پاکستان کی معیشت کا جو ماڈل ہے وہ نکارہ ہو چکا ہے. تو جہاں پہ معیشت کا سسٹم نکارہ ہو چکا ہو، جہاں پہ عدالتی نظام ایسا ہو کہ جہاں پہ آپ کو انصاف کی ذرا بھر بھی توقع نہ ہو، تو وہاں پہ ہجان کی کیفیت تو آئے گی. یہ سوشل میڈیا سے تھوڑی پیدا ہوگی. کیا کہیں گے؟ فرمایا مجھے 2 منٹ دے دیں، آپ کسی کو لے لیں، اس کے بعد میں آتا ہوں. سر 1 منٹ. جی بالکل صحیح. جی نظر بھائی اوور ٹو یو. سر آپ نے کوسچن سن لیا ہوگا. نہیں، میں نے نہیں سنا یار، سوری میں نے نہیں سنا. میں غصے میں آ کے ویڈیو بنانے لگ پڑا تھا آپ کے ساتھ باتیں کرتے ہوئے. وہ شوکت خانم کے اوپر وہ گجر کی بات سن کے دماغ میرا گھوم رہا تھا، تو میں ویڈیو بنانے میں لگ گیا. سوال مس کر گیا میں آپ کا، سوری. جی سر سوال وہی ہے کہ چیف آف آرمی سٹاف نے کہا ہے کہ ہم اپنی قوم کے ساتھ مل کر، اپنی عوام کے ساتھ مل کر سرکوبی کریں گے ہر مافیا کا. اور ساتھ میں سوشل میڈیا نے جو ہے وہ ہجان پیدا کیا ہوا ہے، افراتفری پیدا کی ہوئی ہے، اور وہ یہ شو کرتے ہیں کہ جو ریاست ہے وہ قائم ہی نہیں. لیکن دوسری طرف جو ہاسپٹل ہے اس پہ جو پابندی تو لگائی، ساتھ میں جو ادویات ہے، نارمل ادویات ہیں، اس کو 500% اضافے کے ساتھ مہنگا کر دیا گیا ہے. ساتھ میں معاشی جو صورتحال ہے ملک کی وہ آپ کے سامنے ہے. ہجان سوشل میڈیا پہ بیٹھے لوگ پیدا کر رہے ہیں یا یہ نکمے یہ جو ہم پہ مسلط ہیں یہ کر رہے ہیں؟ جی سر یہ عرض یہ ہے کہ چیف آف آرمی سٹاف بہت بڑی پوسٹ ہے. میرا تو دل کرتا مینوں اتنے بٹھا دیں تو میں کوئی بہتر صورتحال پیدا کر لاں گا. کم از کم جا کے موٹر سائیکل اپنی کڈا کے جا کے لوگوں ہی پھراں گا نا. سر اس سٹیٹمنٹ کے پیچھے 2 چیزیں ہیں، یا تو دونوں ہی بڑی عجیب و غریب ہیں. یا تو یہ کہ یہ ایک نااہل شخصیت ہے جن کو اپنے ملک کی صورتحال کا ہی نہیں پتہ، یا پھر ان کو رپورٹیں دینے والے جو ہے نا وہ بڑے نااہل ہیں کہ اپنے صاحب کو رپورٹیں بڑی غلط دے رہے ہیں. جہاں تک ہجان کی بات ہے، سر ہجان کس طرح پھیلتا ہے؟ معاشرے میں ہجان اس وقت پھیلتا ہے جب انٹرنیشنل ادارے IMF جیسے اور ورلڈ بینک جیسے جب آپ کو یہ بتائیں کہ آپ کا ملک آنے کا نہیں ہے، اور جس طرح آپ ملک چلا رہے ہیں یہ ملک چلانے کا طریقہ نہیں ہے.
یعنی IMF نے یہ کہہ دیا ہے کہ ملک چلانے کا طریقہ آپ کا جو فیل ہو چکا ہے، جو سٹائل سے آپ ملک چلا رہے ہیں. تو یہ کیا کہوں یار، مجھے تو پھر وہی بات ہے کہ یہ ان کی جو صورتحال نا ہماری یہ بہت ہی گندی ہے. اور پھر یہ کہ سوشل میڈیا پتہ نہیں کیا سمجھتے ہیں. سوشل میڈیا آسان لفظوں میں ہر وہ شخص جس کے ہاتھ میں موبائل ہے، یہ وہ فیلنگ ہے اس کی، اس کے اندر میں سمجھانے کی کوشش کرتا ہوں. میں نے پہلے بھی آپ کے ساتھ بیٹھ کے بات کی تھی کہ سوشل میڈیا کا جو بھی ایک ٹویٹ ہے وہ اس بندے نے کیا ہے، جس بندے جو سوچتا ہے، جو سمجھتا ہے، جو بولتا ہے، جس کو باتیں کرنی آتی ہیں، جو کالج یونیورسٹی گیا ہے یا گدھا گاڑی چلا رہا ہے یا وہ سائیکل چلا رہا ہے، وہ کچھ بھی کر رہا ہے، وہ ایک انسان، جیتا جاتا انسان ہے. وہ جب بات کرتا ہے اسے ہم کہتے ہیں ٹویٹ، اور اس ٹویٹ کو ہم کہتے ہیں سوشل میڈیا.